ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਤੇ ਦਰਸ਼ਕਾਂ ਪਿਆਰ ਦੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ? ਠੀਕ ਠਾਕ? ਬੜੀ ਕਿਰਪਾ, ਤੁਸੀਂ ਸੁਣਾਓ ਜੀ। ਚਲੋ, ਤੁਸੀਂ ਗੁਰੂ ਦੀ ਨਗਰੀ ਦੇ ਵਿੱਚ ਵਸਦੇ ਹੋ ਤੇ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਤੇ ਵੀ ਤੁਹਾਡੀ ਕਾਫੀ ਬਾਜ਼ ਅੱਖ ਰਹਿੰਦੀ ਹੈ ਤੇ ਇੱਕ ਸੀਨੀਅਰ ਪੱਤਰਕਾਰ ਹੋ। ਸ਼੍ਰੋਮਣੀ ਕਮੇਟੀ ਨੇ ਸ੍ਰੀ ਕਾਂਸ਼ੀ ਵਿਸ਼ਵਨਾਥ ਧਾਮ ਦੇ ਵਿੱਚ ਜੋ ਗੌਰਵਸ਼ਾਲੀ ਕਿਤਾਬਚਾ ਹੈ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਤੁਹਾਡਾ ਨਜ਼ਰੀਆ ਕੀ ਹੈ? ਜੇ ਮੈਂ ਬੋਲਣ ਲੱਗਾ ਤੁਹਾਡਾ ਸਮਾਂ ਖਾ ਜਾਣਾ ਤੇ ਮੈਨੂੰ ਭੁੱਖ ਨਹੀਂ ਲੱਗੀ ਨਹੀਂ ਅੱਜ ਬੋਲਣ ਦੀ। ਤੁਸੀਂ ਬੋਲੋ, ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਇਹ ਆ ਜੀ, ਸ਼੍ਰੋਮਣੀ ਕਮੇਟੀ ਵੱਲੋਂ ਇਹ ਜਾਰੀ ਕੀਤਾ ਗਿਆ ਜਿਹੜਾ ਬਿਆਨ ਆ, ਇਹ ਬੜੇ ਇੱਕ ਛੋਟੇ ਅਧਿਕਾਰੀ ਨੇ ਜਾਰੀ ਕੀਤਾ। ਬਸ ਏਡਾ ਵੱਡਾ ਬਿਆਨ ਹੋਵੇ ਤੇ ਘੱਟੋ ਘੱਟ ਇਹ ਪ੍ਰਧਾਨ ਦੇ ਘੇਰੇ ਚ ਆਉਂਦਾ ਤੇ ਕਮੇਟੀ ਸਕੱਤਰ ਜੀ ਦੀ ਇੱਕ ਕੀਮਤ ਵੈਲਿਊ ਇੱਕ ਕਲਰਕ ਦੇ ਬਰਾਬਰ ਹੁੰਦੀ। ਉਹਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ। ਇਹ ਹੁਣ SGPC ਦੀ ਕੀ ਮਜਬੂਰੀ ਸੀ, ਕੀ ਮਜਬੂਰੀ ਨਹੀਂ, ਇਹ ਕਈ ਪ੍ਰਕਾਰ ਦੇ ਸੰਕੇਤ ਦਿੰਦਾ ਵਾ। ਉਹ ਸੰਕੇਤ ਜੇ ਅਸੀਂ ਇੱਥੇ ਯਾਦ ਕਰੀਏ ਤੇ ਕਿਸੇ ਨੂੰ ਗੁੱਸਾ ਲੱਗਣਾ ਇਸ ਗੱਲ ਦਾ, ਕਈ ਪ੍ਰਕਾਰ ਦੇ ਸੰਕੇਤ ਦਿੰਦਾ। ਐਵੇਂ ਨਹੀਂ ਕਹਿੰਦੇ ਸ਼੍ਰੋਮਣੀ ਕਮੇਟੀ ਨੇ, ਦਿੱਲੀ ਕਮੇਟੀ ਦੇ ਲਗਭਗ ਜਿਹੜਾ ਵਾ ਉਹ RS ਨੇ ਕਬਜ਼ਾ ਕਰ ਲਿਆ ਤੇ ਸ਼੍ਰੋਮਣੀ ਕਮੇਟੀ ਨੇ ਕਬਜ਼ੇ ਦੀ ਤਿਆਰੀ ਕੀਤੀ ਹੈ। ਇਹਦੇ ਉੱਤੇ ਸੈਂਕੜਾ ਸਵਾਲ ਪੁੱਛਣੀ ਨਹੀਂ ਕਿ ਜੇ ਉਹਨਾਂ ਨੇ ਆਪਣੇ ਕਿਤਾਬ ਦੇ ਪ੍ਰਸਾਦ ਦੇ ਵਿੱਚ ਕਿਹਾ ਵਾ ਸਿੱਖ ਇਤਿਹਾਸ ਨੂੰ ਤੋੜ ਕੇ ਪੇਸ਼ ਕੀਤਾ ਗਿਆ, ਕਿਹਾ ਗਿਆ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਨੇ 5 ਸਿੰਘ ਸਜਾਏ ਸੀ, 5 ਪਿਆਰੇ ਸਜਾਏ ਸੀ, ਉਹ ਬਕਾਇਦਾ ਤੌਰ ਤੇ ਪਹਿਲਾਂ ਮੱਥਾ ਟੇਕਣ ਵਾਸਤੇ ਤੇ ਜੱਜਾ ਲੈਣ ਵਾਸਤੇ ਕਾਂਸ਼ੀ ਗਏ ਸੀ। ਗੱਲ ਠੀਕ ਆ, ਉੱਥੇ 5 ਸਿੰਘ ਭੇਜੇ ਸੀ, ਲੇਕਿਨ ਉਹ 5 ਪਿਆਰੇ ਵੀ ਉਹ ਹੋਰ ਸਿੰਘ ਸੀ ਜਿਨ੍ਹਾਂ ਨੂੰ ਸੰਸਕ੍ਰਿਤ ਦੀ ਵਿੱਦਿਆ ਲੈਣ ਭੇਜਿਆ ਸੀ, ਤੁਸੀਂ ਲੈ ਕੇ ਆਓ। ਲੇਕਿਨ 5 ਪਿਆਰੇ ਨਹੀਂ ਸੀ। ਲੇਕਿਨ ਉਹਨਾਂ ਨੇ ਉਹਨਾਂ 5 ਪਿਆਰਿਆਂ ਨਾਲ ਤੁਲਨਾ ਕਰਕੇ ਜਿਹੜੀ ਇਹ ਅਵਗਿਆ ਕੀਤੀ ਆ ਤੇ ਉਹਦੇ ਤੇ ਘੱਟੋ ਘੱਟ ਜੇ ਪ੍ਰਧਾਨ ਬੋਲਦਾ ਤੇ ਅਸੀਂ ਉਹਦੇ ਬਿਆਨ ਦੀ ਕੋਈ ਸਾਰਥਕਤਾ ਮੰਨਦੇ ਤੇ ਇੱਕ ਕਲਰਕ ਲੈਵਲ ਦੇ ਅਧਿਕਾਰੀ ਨੂੰ ਇਹ ਗੱਲ ਕਹਿਣੀ ਸਮਝ ਨਹੀਂ ਆਈ ਕਿ ਸ਼੍ਰੋਮਣੀ ਕਮੇਟੀ ਕਿੱਥੇ ਖੜੀ ਹੈ। ਬਿੱਲੀ ਮਰ ਜੇ, ਕੁੱਤੀ ਮਰ ਜੇ ਤੇ ਬਿਆਨ ਪ੍ਰਧਾਨ ਦਾ ਹੁੰਦਾ ਤੇ ਜੇ ਏਡੀ ਵੱਡੀ ਅਵਗਿਆ ਉਹਨਾਂ ਨੇ ਕਰ ਦਿੱਤੀ ਆ RS ਅਤੇ BJP ਦੇ, ਤੇ ਕਿਉਂ ਨਹੀਂ ਬੋਲੇ ਤੁਸੀਂ? ਕੀ ਕਾਰਨ ਤੁਹਾਡਾ? ਇਹ ਜਵਾਬ ਤਾਂ ਦਿਓ ਸਕਦਾ ਨਹੀਂ। ਇਸ ਕਰਕੇ ਇਹ ਵੀ ਇੱਕ ਚਰਚਾ ਦਾ ਵਿਸ਼ਾ। ਗੱਲ ਠੀਕ, ਉਹਨਾਂ ਆਪਣੇ ਪ੍ਰਸਾਦ ਦੇ ਵਿੱਚ ਬੜਾ ਕੁਛ ਲਿਖਿਆ ਜੇ ਉਹਦੇ ਡਿਸਕ੍ਰਾਈਬ ਕਰਨ ਲੱਗ ਪਏ ਤੇ ਬੜੀ ਕਹਾਣੀ ਵੀ ਬੜੀ ਆਉਂਦੀ ਹੈ। ਜਿਹੜੇ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਲਿਖਣਾ ਤੇ ਸਭ ਤੋਂ ਵੱਡੀ ਗੱਲ ਲਿਖਣਾ ਕਿ 5 ਪਿਆਰੇ ਸਜਾਉਣ ਤੋਂ ਪਹਿਲਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਕਾਸ਼ੀ ਵਿਸ਼ਵਨਾਥ ਭੇਜਿਆ ਗਿਆ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉਹ ਉਸ ਟਾਈਮ ਦੇ ਇੱਕ ਯੂਨੀਵਰਸਿਟੀ ਸੀਗੀ। ਕਾਸ਼ੀ ਦਾ ਮਤਲਬ ਹੀ ਹੁੰਦਾ ਮਿਸ਼ਰ ਚੇਤਨਾ ਦੀ, ਉਹਨੂੰ ਯੂਨੀਵਰਸਿਟੀ ਕਿਹਾ ਜਾਂਦਾ। ਉੱਥੇ ਬਕਾਇਦਾ ਸੰਸਕ੍ਰਿਤ ਤੇ ਫਾਰਸੀ ਦੀਆਂ ਕਲਾਸਾਂ ਲੱਗਦੀਆਂ ਸੀ, ਬੱਚੇ ਪੜ੍ਹਦੇ ਸੀ, ਲੋਕ ਬੜੀ ਬੜੀ ਦੂਰੋਂ ਆ ਕੇ ਵਿੱਦਿਆ ਲੈਂਦੇ ਸੀ। ਜਦੋਂ ਤੱਕ ਹੋ ਜਾਂਦੇ ਹੋਏ ਪਾਕਿਸਤਾਨ ਦਿੰਦੇ ਰਿਹਾ ਉਸ ਟਾਈਮ ਜੋ ਚੰਦਰਗੁਪਤ ਮੌਰੀਆ ਦੇ ਟਾਈਮ ਦਿੱਤੇ ਉਸ ਤਰੀਕੇ ਨਾਲ। ਲੇਕਿਨ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ 5 ਪਿਆਰੇ ਸਜਾਉਣ ਤੋਂ ਪਹਿਲਾਂ ਉੱਥੇ ਭੇਜਣਾ, ਇਸ ਤੇ ਆਪਣੀ ਅਕਾਲੀ ਦਲ ਜਿਹੜੇ ਜੇ ਉਹ ਅਕਾਲੀ ਦਲ ਆ, ਜੇ ਉਹ ਅਕਾਲੀ ਦਲ ਤੇ ਫਿਰ ਉਹਨੂੰ ਆਪਣਾ ਜਵਾਬ ਦੇਣਾ ਪਊ। ਜੇ ਉਹ ਪੰਜਾਬੀ ਪਾਰਟੀ ਤੇ ਫਿਰ ਇਸ ਜਵਾਬ ਦੀ ਮੰਗਣੀ ਤੇ ਮਰਜ਼ੀ ਕਰੀ। ਅਕਾਲੀ ਦਲ ਹੀ ਕਿਉਂ, ਬਾਕੀ ਜਿਹੜੇ ਨੇ ਬਾਕੀ ਜਥੇਬੰਦੀਆਂ ਨੇ, ਬਾਕੀ ਜਿਹੜੀਆਂ ਨੇ ਜਥੇਬੰਦੀਆਂ। ਪਿਛਲੇ ਦਿਨੀ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਵੀ ਪੁੱਛਿਆ ਸੀ, ਜਿੱਦਣ ਦੇਖੋ ਵਾਰ ਤੇ ਵਾਰ ਹੋ ਰਹੇ ਨੇ, ਇਹ ਸਿਰਫ ਇੱਕ ਬਿਆਨ ਦੇ ਕੇ ਫਰਜ਼ ਨਹੀਂ ਨਿਭਾ ਰਹੇ। ਮੈਨੂੰ ਮੇਰਾ ਵੀਰ ਜੀ ਕਾਵੀ ਬੋਲ ਕੇ ਗਏ ਕਿ ਇਹਨਾਂ ਸੱਚ ਵੀ ਨਾ ਬੋਲਿਆ ਕਰੋ ਚਾਵਲਾ ਜੀ। ਗੱਲ ਹੈ, ਸੱਚਾਈ ਹੈ ਕਿ ਲਫ਼ਜ਼ ਤੁਸੀਂ ਮੈਨੂੰ ਕਹਿੰਦੇ ਨੇ ਧੂਤੇ ਲਫ਼ਜ਼, ਮਤਲਬ ਹੈ ਨਾ ਵਰਤਿਆ ਕਰੋ। ਹੁਣ ਮੈਨੂੰ ਦੱਸੋ ਕਿ ਜਿੱਦਣ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਰਾਮਾਇਣ ਦੇ ਜ਼ਿਕਰ ਕੀਤਾ, ਉਦਣ ਇਹਨਾਂ ਨੇ 2 ਦਿਨ ਬਿਆਨ ਦਿੱਤੇ, ਚੌਥੇ 5ਵੇਂ ਬਿਆਨ ਉਹਨਾਂ ਨੇ ਕੋਈ ਦਿੱਤਾ ਇਹਨਾਂ ਨੂੰ ਜਵਾਬ? ਜਾਓ ਕਰਨਾ ਜੋ ਕਰ ਲਓ, ਤੁਸੀਂ ਸਾਡੇ ਕਾਣੇ ਹੋ। ਦਿੱਤਾ ਕੋਈ ਜਵਾਬ? ਹੈ ਕੋਈ ਸਪਸ਼ਟੀਕਰਨ ਦਿੱਤਾ ਉਹਨਾਂ ਨੇ?
ਜਦੋਂ ਕਿ ਤੁਸੀਂ ਉਸੇ ਦੋਹਰੇ ਨੂੰ ਰਹਿ ਰਾਸ ਵੇਲੇ ਜਦੋਂ ਪੜ੍ਹਦੇ ਹੋ ਉਹਦਾ ਦੋਹਰਾ ਹੀ ਖਤਮ ਕਰਦਾ, ਜਿਹਦੇ ਵਿੱਚ ਨਿਚੋੜ ਕੱਢ ਕੇ ਤੇ ਉਹ ਇਹਨਾਂ ਚੀਜ਼ਾਂ ਦਾ ਖੰਡਨ ਕਰਦੀ ਉਹੀ ਰਮਾਇਣ। ਜੇ ਮੰਨ ਲਓ ਉਹੀ ਜਿਹੜੀ ਗੱਲ ਕਰਦੇ ਹੋ ਤੁਸੀਂ ਉਹਦੇ ਚ ਆ ਜਾਓ। ਚਲੋ ਸੈਕੰਡ, ਜਦਨ ਦੇਸ਼ਵਾ ਬਰ ਮੋਹੇ, ਇਹ ਜਦਨ ਬਿੱਲ ਵਾਪਸ ਲਏ ਨੇ ਉਦਨ ਨਰਿੰਦਰ ਮੋਦੀ ਸਾਹਿਬ ਬੋਲੇ ਨੇ ਤੇ ਦੇਵੀ ਪੂਜਕ ਬਣਾਤਾ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੂੰ। ਉਦਨ ਬੋਲਿਆ ਕੋਈ? ਉਦਨ ਸੁੱਤੇ ਨੇ, ਉਦਨ ਨੀਂਦੀਆਂ ਗੋਲੀਆਂ ਖਾ ਕੇ ਪਏ ਨੇ, ਇਹਨਾਂ ਦੇ ਮੂੰਹ ਤੇ ਚਾਬੀਆਂ ਲੱਗੀਆਂ ਨੇ, ਜਿੰਦਰੇ ਵੱਜੇ ਨੇ, ਉਦਨ ਨਹੀਂ ਕੋਈ ਬੋਲਿਆ? ਕੋਈ ਬੋਲਿਆ ਦੱਸੋ ਮੈਨੂੰ? ਕਿੰਨੀ ਵਾਰੀ ਮੈਂ ਤੁਹਾਡੇ ਕੋਲ ਪੁੱਛਿਆ ਤੇ ਕਿੰਨੀ ਵਾਰੀ ਅਸੀਂ ਬੋਲੇ ਆ। ਸਵਾਲ ਆਇਆ ਵੀਰ ਦਾ ਬੁੱਧੀਜੀਵੀ ਕਿਸੇ ਦਾ ਕਿ ਆਹ ਕੀ ਬੋਲੋਗੇ? ਮੈਂ ਕਿਹਾ ਜੀ ਬੋਲਦੇ ਕੋਈ ਨਹੀਂ, ਇਹਦੇ ਚ ਕੀ ਮਾੜੀ ਗੱਲ ਆ? ਅਸੀਂ ਕਿਹੜਾ ਕੋਈ ਦੇਸ਼ ਦੇ ਵਿਰੁੱਧ ਬੋਲਣਾ? ਇਹ ਬੋਲਣ ਵਾਲੀ ਗੱਲ ਆ। ਜੇ ਹੈ ਕੋਈ ਸਿਰ ਦੇ ਉੱਤੇ ਕੋਈ ਮਾੜਾ ਮੋਟਾ ਬੋਲੇ, ਅਗਲਾ ਪੰਜਾਬ ਡੈਫੀਨੇਟਲੀ ਬੋਲਿਆ, ਇੱਕ ਵਾਰ ਨਹੀਂ ਕਈ ਵਾਰ ਬੋਲਿਆ। ਕੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇਵੀ ਉਪਾਸਕ ਸੀ, ਦੇਵੀ ਪੂਜਕ ਸੀ, ਦੇਵੀ ਨੂੰ ਧਿਆਉਂਦੇ ਸੀ, ਮਾਤਾ ਨੂੰ ਧਿਆਉਂਦੇ ਸੀ? ਕਿਹੜੀ ਦੇਵੀ ਦੀ ਗੱਲ ਕੀਤੀ ਉਹਨਾਂ ਨੇ ਉੱਥੇ? ਉਦੋਂ ਨਹੀਂ ਬੋਲਿਆ ਕੋਈ। ਉਦੋਂ ਪਹਿਲਾਂ ਇਹਨਾਂ ਨੇ ਤੇ ਆਪ ਛਾਪ ਕੇ ਕਿਤਾਬ ਦੇ ਦਿੱਤੀ ਉਹਨਾਂ ਨੂੰ ਹਿੰਦੀ ਦੇ ਵਿੱਚ, ਜੋ ਉਹਦੇ ਵਿੱਚ ਕੂੜ ਕੜਪ ਲਿਖਿਆ ਸੀਗਾ ਉਹ ਵੀ। ਤੇ ਅੱਜ ਜੇ ਤੁਸੀਂ ਕਹਿੰਦੇ ਕਿ ਹੇਠਲੇ ਤਬਕੇ ਦੇ ਕਲਰਕ ਦੇ ਕੋਲੋਂ ਬਿਆਨ ਦਵਾਤਾ, ਇਹ ਆਪ ਕਿੱਥੇ ਨੇ? ਕਿਉਂਕਿ ਆਪ ਇਹਨਾਂ ਨੇ ਹੁਣ ਕੀ ਕਵਾਂ ਮੈਂ, ਚਾਟੜੀ ਕਰਨੀ ਹੈ, ਚਾਟੜੀ। ਖੈਰ ਬਾਕੀ ਦੇ ਜਥੇਬੰਦੀਆਂ ਕੱਲੀਆਂ, ਬਾਕੀ ਦੇ ਜਥੇਬੰਦੀਆਂ ਕਿੱਥੇ ਨੇ ਹੁਣ? ਬਾਕੀ ਦੇ ਜਥੇਬੰਦੀਆਂ ਸਭ ਸੁਸਰੀ, ਸੰਤ ਸਮਾਜ ਸੁਸਰੀ। ਸਾਹਿਬ ਮੈਂ ਤੁਹਾਨੂੰ ਦੋ ਉਦਾਹਰਨਾਂ ਦਿੰਦਾ ਜੀ। ਪਹਿਲੀ ਗੱਲ ਤੇ ਇਹ ਆ ਕਿ 6 ਜੂਨ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਆ, ਸਿੱਖਾਂ ਦੇ ਦੋ ਜਥੇ ਉੱਥੇ ਗਏ। ਇੱਕ ਜਥਾ ਜਿਹੜਾ ਸੀ ਢਾਉਣ ਵਾਲਿਆਂ ਦੀ ਹਮਾਇਤ ਵਾਸਤੇ ਤੇ ਇੱਕ ਜਿਹੜਾ ਸੀ ਉਹਦੇ ਵਿਰੁੱਧ ਗਿਆ। ਅਸੀਂ ਨਹੀਂ ਢਾਉਣ ਦੇਣੀ, ਮੁਸਲਮਾਨਾਂ ਦੀ ਸਪੋਰਟ ਤੇ। ਜਿਹੜਾ ਢਾਉਣ ਵਾਲਿਆਂ ਦੀ ਸਪੋਰਟ ਤੇ ਗਿਆ ਸੀ ਉਹ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਅਹੁਦੇਦਾਰ ਸ਼ਾਮਲ ਸੀ। ਦੂਸਰੀ ਚੀਜ਼, ਜਿਸ ਦਿਨ ਮੋਦੀ ਜੀ ਨੇ ਉੱਥੇ ਉਹਦੇ ਸ਼ਿਲਾ ਵਿਆਸਤੇ ਦੇ ਨੀਂਹ ਪੱਥਰ ਦੇ ਮੰਦਿਰ ਤੇ ਇੰਨੀ ਗੱਲ ਕਹੀ ਸੀ ਕਿ ਇਹ ਕਲਟਾ, ਸਿੱਖ ਸਮੁਦਾਇ ਇੱਕ ਕਲਟਾ, ਤੇ ਬੜੀ ਚਰਚਾ ਹੋਈ ਸੀ। ਬੁੱਧੀਜੀਵੀ ਲੋਕਾਂ ਦੇ ਰੌਲਾ ਪਿਆ ਸੀ ਕਲਟ ਨਹੀਂ, ਸਾਡਾ ਇੱਕ ਧਰਮ ਆ, ਸਿੱਖ ਧਰਮ ਆ, ਦੁਨੀਆ ਭਰ ਦੇ ਧਰਮਾਂ ਚ ਮੰਨਿਆ ਪ੍ਰਮੰਨਿਆ ਧਰਮ ਆ। ਤੇ ਕਿਹਾ ਗਿਆ ਸੀ ਵੀ ਕਲਟ ਸ਼ਬਦ ਉੱਥੇ ਮਿਲ ਕੇ ਵਿੱਚੋਂ ਕਟਵਾਇਆ ਜਾਵੇ। ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਉਹਦੇ ਜਵਾਬ ਨਹੀਂ ਦਿੱਤਾ, ਨਾ ਅਕਾਲੀ ਦਲ ਬਾਦਲ ਦਿੱਤਾ, ਨਾ ਉਹਨੇ। ਤੁਸੀਂ ਬਾਕੀ ਦੇ ਨਹੀਂ ਕਰਦੀ, ਬਾਕੀ ਦੇ ਇੱਕ ਵੀ ਕੋਲਦੇ ਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦਾ ਲੈਣਾ ਦੇਣਾ ਵਾ। ਅਗਲੀ ਗੱਲ, ਮਨਜਿੰਦਰ ਸਿੰਘ ਸਿਰਸਾ ਨੇ ਬਕਾਇਦਾ ਤੌਰ ਤੇ ਭਾਜਪਾ ਜੁਆਇਨ ਕੀਤੀ। ਕੀ ਉਹਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ? ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨੂੰ ਬਰਖਾਸਤ ਕੀਤਾ ਅਕਾਲੀ ਦਲ ਚੋਂ? ਹਰਪਾਲ ਸਿੰਘ ਜੱਲਾ ਬਕਾਇਦਾ ਤੌਰ ਤੇ ਬੀਜੇਪੀ ਸ਼ਾਮਲ ਹੋਏ ਆ। ਕੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜ ਕੇ ਉਹ ਮੈਂਬਰ ਬਣੇ ਤੋਂ ਅਸਤੀਫਾ ਮੰਗਿਆ ਗਿਆ? ਕੀ ਉਹਨੇ ਅਕਾਲੀ ਦਲ ਦੀ ਮੈਂਬਰ ਤੋਂ ਅਸਤੀਫਾ ਦਿੱਤਾ ਗਿਆ? ਕੀ ਇਹਨਾਂ ਕੱਢਿਆ ਉਹਨੂੰ? ਇਹ ਸਾਰੀਆਂ ਪੌਲਿਸੀ ਪ੍ਰੈਸੀਅਸ ਇਹਦਾ ਹਿੱਸਾ ਵੀ ਅਸੀਂ ਉੱਥੇ ਬੋਲੇ ਤੇ ਭਾਈ ਸਾਡੇ ਤੇ ਆ ਜਾਊਗਾ, ਭਾਈ ਤੁਸੀਂ ਆਰਐਸ ਦੇ ਖਿਲਾਫ ਬੋਲਦੇ ਕਿ ਛੋਟੇ ਜਿਹੇ ਕਲਰ ਕਿਤੋਂ ਮੁਲਾਜ਼ਮ ਬਿਆਨ ਦਿਵਾ ਦਿਓ, ਨਾ ਕੋਈ ਬੌਧਰ ਕਰੇ, ਨਾ ਗੱਲ, ਨਾ ਕੋਈ ਬਾਤ। ਕਿਉਂ ਤੁਸੀਂ ਮੇਰਾ ਗਰ ਕਰਨ ਤੇ ਹੋਏ ਪਏ ਹੋ? ਘੱਟੋ ਘੱਟ ਸੱਚ ਤੋਂ ਬੋਲਦੇ ਹੋ। ਵਿਦੇਸ਼ੀ ਬੈਠੀਆਂ ਉੱਥੇ ਤੇ ਬੋਲਦੇ ਭਾਈ ਆ ਚਾਰੀ ਸਾਡੇ ਧਰਮ ਨੂੰ ਗੱਲ ਕਰੋ ਤੁਸੀਂ। ਬਿਲਕੁਲ, ਵਿਦੇਸ਼ੀ ਬੈਠੀਆਂ ਸੰਗਤਾਂ ਨੇ ਬੜਾ ਯੋਗਦਾਨ ਪਹਿਲਾਂ ਪਾਇਆ। ਅਸੀਂ ਤੋਕੋ ਰੱਖਦੇ ਹਾਂ ਕਿ ਤੁਸੀਂ ਨਾ ਸੁਸਰੀ ਵਾਂਗੂ ਸੌਂ ਜਾਇਓ। ਤੁਸੀਂ ਇਹਨਾਂ ਨੂੰ ਜੇਕਰ ਹੋ ਸਕੇ ਤਾਂ ਜਿੰਨੇ ਕੁ ਫੋਨ ਕਾਲ ਖੜਕਾ ਕੇ ਸੁਚੇਤ ਕਰ ਸਕਦੇ ਹੋ ਕਰੋ ਕਿ ਤੁਹਾਡਾ ਕੱਲਾ ਬਿਆਨ। ਅੱਛਾ, ਤੇ ਕਿੱਥੇ ਨੇ ਸਾਡੇ ਜਹੇਦਾਰ ਸਾਹਿਬ? ਤੇ ਆਪੇ ਫਰਮ ਪੈਂਦੇ ਹੁੰਦੇ ਆ। ਨਹੀਂ, ਉਹ ਤੇ ਗੁਲਾਮ ਨੇ ਜੀ, ਤੇ ਬੋਲਣਗੇ ਤਦ ਬੋਲਣਗੇ ਜਦੋਂ ਉੱਥੋਂ ਪ੍ਰੈਸ ਆਊਗਾ ਉਹਨਾਂ ਦੇ ਦਫ਼ਤਰ ਦੇ ਵਿੱਚ, ਫਿਰ ਬੋਲਣਗੇ। ਉਹਦੇ ਬਾਅਦ ਚ ਬੋਲਣਗੇ। ਉਹ ਵੀ ਸ਼੍ਰੋਮਣੀ ਅਕਾਲੀ ਦੇ ਦਫ਼ਤਰ ਤੋਂ, ਸ਼੍ਰੋਮਣੀ ਦਫ਼ਤਰ ਤੋਂ ਨਹੀਂ, ਸ਼੍ਰੋਮਣੀ ਅਕਾਲੀ ਦਫ਼ਤਰ ਤੋਂ ਪ੍ਰੈਸ ਆਊਗਾ, ਭਾਈ ਆ ਤੁਸੀਂ ਬੋਲਣਾ ਅੱਜ, ਇਹ ਤਾਂ ਡਿਊਟੀ ਲਾਤੀ ਆਪਾਂ। ਇਸ ਕਰਕੇ ਮੈਂ ਇਹ ਵੀ ਦੱਸ ਦਿਆਂ ਕਿ ਉੱਥੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਕਤਸਰ ਸਿੰਘ, ਭਾਈ ਸਾਹਿਬ ਸਿੰਘ ਨਹੀਂ ਗਏ ਸੀਗੇ।
ਜੇ ਉੱਥੇ ਗਏ ਸੀ ਤੇ ਉੱਥੇ ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਭਾਈ ਬੰਦਾ ਸਿੰਘ, ਭਾਈ ਵੀਰ ਸਿੰਘ ਤੇ ਭਾਈ ਸੈਨਾ ਸਿੰਘ ਗਏ ਸੀ। ਜੀ 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 ਅਸੀਂ ਨਾਂ ਵੀ ਦੱਸ ਸਕਦੇ, ਬਾਕੀ ਕਿ ਰਹਿ ਗਿਆ ਜੀ। ਇਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਨਾ, ਜੇ ਕਿਤਾਬ 'ਚ ਖੋਲਣਗੇ ਕਿਤਾਬ 'ਚ। ਉਹ ਪੱਟੀ ਸਾਹਿਬ ਨਾ ਫੋਲਣ ਦੀ ਉਹ ਤੇ ਵੱਖਰੀ ਗੱਲ ਆ, ਲੇਕਿਨ ਘੱਟੋ ਘੱਟ ਪ੍ਰਧਾਨ ਇੱਕ ਪੜ੍ਹਿਆ ਲਿਖਿਆ ਧਰਮ ਆਪਣੇ ਨੂੰ ਐਡਵੋਕੇਟ ਕਹਿੰਦਾ, ਬਹੁਤ ਪੜ੍ਹਿਆ ਲਿਖਿਆ ਕਹਿੰਦਾ ਜੀ ਮੈਨੂੰ ਇਹਦੇ ਬਾਰੇ ਨੌਲੇਜ ਬੜੀ ਹੈਗੀ, ਕਿਉਂ ਨਹੀਂ ਬੋਲਿਆ ਪ੍ਰਧਾਨ? ਉਹ ਸਵਾਲਾਂ ਦੇ ਘੇਰੇ 'ਚ ਹੈਗਾ ਪ੍ਰਧਾਨ, ਜਵਾਬ ਦੇਣ 'ਚ ਕਿਉਂ ਨਹੀਂ ਬੋਲਿਆ? ਡੈਫੀਨੇਟਲੀ ਪੁੱਛਣਾ ਪਊਗਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਨੇ ਨੇ ਉਹਨਾਂ ਕੋਲ ਵੀ ਪੁੱਛਣਾ ਪਊਗਾ ਵੀ ਤੁਹਾਡਾ ਕੀ ਪ੍ਰਤੀਕਰਮ ਹੈ ਇਹਦੇ ਬਾਰੇ। ਬਿਲਕੁਲ ਨਾ ਸਰਨੇ ਬੋਲੇ, ਨਾ ਹਰਵੀਰ ਸਿੰਘ ਖਾਲਸਾ ਬੋਲੇ, ਕੋਈ ਨਹੀਂ ਬੋਲਿਆ। ਜਿੰਨੀਆਂ ਦੇਸ਼ ਵਿਦੇਸ਼ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬੋਲਣਾ ਚਾਹੀਦਾ, ਉਹਨਾਂ ਨੂੰ ਲਿਖਣਾ ਚਾਹੀਦਾ, ਉਹਨਾਂ ਨੂੰ ਵੀ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਜਾਂ ਜਿੰਨਾ ਵੀ ਉਹਨਾਂ ਦਾ ਜਿੰਨਾ ਵੀ ਉਹਦੇ ਕੋਲ ਹੋ ਸਕਦਾ ਇਹਦਾ ਵਿਰੋਧ ਕਰਨਾ ਚਾਹੀਦਾ। ਜਿਹੜੀ ਚੀਜ਼ ਹੈ ਗਲਤ ਨੂੰ ਗਲਤ ਕਹਿਣਾ ਚਾਹੀਦਾ ਕਿ ਤੁਹਾਨੂੰ ਕਿੰਨੇ ਹੱਕ ਦਿੱਤਾ ਹੈ ਕਿ ਤੁਸੀਂ ਸਿੱਖ ਕੌਮ ਦੇ ਤੁਸੀਂ ਕਹਿੰਦੇ ਆ ਕਿ ਇਹ ਸਿੱਖ ਧਰਮ ਹੋਇਆ ਹੀ ਪੈਦਾ। ਗੁਰੂ ਨਾਨਕ ਮਹਾਰਾਜ ਨੇ ਤੇ ਲਪੇਟ ਕੇ ਤੁਹਾਡੇ ਕੋਲ ਸਵਾਲ ਪੁੱਛੇ ਆ। ਬਿਲਕੁਲ ਸਮੇਂ ਦੇ ਉਸ ਪੁਰੋਹਿਤ ਕੋਲੋਂ, ਉਸ ਪੰਡਿਤ ਕੋਲ, ਟੀਚਰ ਜਿਹੜਾ ਹੁੰਦਾ ਉਹ ਕੋਲ ਸਵਾਲ ਪੁੱਛੇ ਆ, ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਸਿੱਖ ਧਰਮ ਦੀ ਨੀਂਹ ਜਿਹੜੀ ਹੈ ਗੁਰੂ ਨਾਨਕ ਮਹਾਰਾਜ ਨੇ ਰੱਖੀ ਹੈ, ਨਾ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ। ਕਲਗੀਧਰ ਪਿਤਾ ਨੇ ਤਾਂ ਖਾਲਸਾ ਸਾਜਿਆ। ਗੁਰੂ ਨਾਨਕ ਪਾਤਸ਼ਾਹ ਨੇ ਸੱਚ ਤੇ ਹੱਕ ਤੇ ਜ਼ੁਲਮ ਤੇ ਜ਼ਾਲਮ ਦੇ ਵਿਰੁੱਧ ਜੰਗ ਕਰਨ ਵਾਸਤੇ ਕੀਤੀ ਜੀ। ਉਹਦੇ ਕਿਤਾਬ 'ਚ ਲਿਖਿਆ ਨਹੀਂ ਇਹ ਤੇ ਜਿਹੜੀ ਸਿੱਖ ਧਰਮ ਦੀ ਬੁਨਿਆਦ ਉਹ ਸਨਾਤਨ ਧਰਮ ਦੀ ਰੱਖਿਆ ਵਾਸਤੇ ਕੀਤੀ ਗਈ। ਜੀ 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 ਜੀ। ਅਸੀਂ ਇਹ ਵੀ ਮੁਨਕਰ ਗੱਲ ਸਹੀ ਨਹੀਂ ਹੈਗੀ, ਲੇਕਿਨ ਅਸੀਂ ਕਹਿੰਦੇ ਵੀ ਜ਼ੁਲਮ ਜਿਹਦੇ ਤੇ ਜ਼ੁਲਮ ਹੋਇਆ, ਭਾਵੇਂ ਸਿੱਖਾਂ ਤੋਂ ਹੋਇਆ, ਭਾਵੇਂ ਮੁਸਲਮਾਨਾਂ ਦੇ ਕਿਸੇ ਵੀ ਵਿਅਕਤੀ ਜ਼ੁਲਮ ਹੋਇਆ, ਉੱਥੇ ਗੁਰੂ ਸਾਹਿਬ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਚਲੋ ਕੂੜ ਨਖੁੱਟੇ ਨਾਨਕਾ ਉੜਕ ਸੱਚ ਰਹੀ, ਸੱਚ ਪਤਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੈ, ਪਰ ਇਹ ਸੁਪਨੇ ਲੈਣ 'ਚ ਕੋਈ ਹਰਜ ਨਹੀਂ ਹੈ। ਸੋ ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਬੇਅਦਬੀ ਮਾਮਲਿਆਂ ਦਾ ਇਨਸਾਫ ਲੈਣ ਲਈ ਸ਼ਹੀਦ ਪਰਿਵਾਰ ਵੱਲੋਂ ਦਿਨ ਰਾਤ ਧਰਨਾ ਸ਼ੁਰੂ। ਚਲੋ ਕੀ ਕਹਿਣਾ ਚਾਹੋਗੇ? ਕੁਛ ਨਹੀਂ ਜੀ, ਇਹਦੇ 'ਚ ਆਪਾਂ ਕੀ ਕਹਿ ਸਕਦੇ? ਕਹਿ ਇਹ ਹੀ ਸਕਦੇ ਆ ਕਿ ਸੁਖਰਾਜ ਸਿੰਘ ਜਿਹੜਾ ਨੌਜਵਾਨ ਮੁੰਡਾ ਵਾ, ਉਹਨੇ ਕਾਫੀ ਜ਼ੋਰ ਲਾਇਆ, ਉਹਨੇ ਆਪਣੀ ਜੇਬ 'ਚ ਪੈਸੇ ਖੱਟੇ ਵਕੀਲਾਂ ਤੇ ਕੀਤੇ ਕਿ ਸਾਨੂੰ ਕਿਤੇ ਕਿਤੋਂ ਇਨਸਾਫ ਮਿਲ ਜਾਵੇ। ਲੇਕਿਨ ਸਾਡੀਆਂ ਵੱਡੀਆਂ ਸੰਸਥਾਵਾਂ, ਸ਼੍ਰੋਮਣੀ ਕਮੇਟੀ ਨੇ ਅਜੇ ਤੱਕ ਕਿਉਂ ਨਹੀਂ ਉੱਤੇ ਵਕੀਲ ਕਰਕੇ ਆਪਣੀ ਕਾਰਵਾਈ ਕੀਤੀ? ਹੋਰ ਕੰਮ ਆਖੋ ਉਹਨਾਂ ਨੂੰ ਕੋਈ। ਕਮੇਟੀ ਨੇ ਕਿਉਂ ਨਹੀਂ ਕੀਤੀ? ਜੇ ਅਸੀਂ ਜਾ ਕੇ ਹਰਸਿਮਰਤ ਦੀ ਚੋਰ ਦੇ ਬਾਅਦ ਦਿੱਲੀ ਕਮੇਟੀ ਦੀ ਗੋਲਕ 'ਚ ਇੱਕ ਐਂਬੂਲੈਂਸ ਜਾ ਕੇ ਪੈਸੇ ਜਾ ਕੇ ਵੱਜ ਸਕਦੇ ਆ, ਤੇ ਇੱਥੇ ਵਕੀਲ ਕੋ ਨਹੀਂ ਕੀਤਾ ਜਾ ਸਕਦਾ? ਬੰਦੀ ਸਿੰਘ ਅਜੇ ਤੱਕ ਬਾਹਰ ਕਿਉਂ ਨਹੀਂ ਆਏ? ਉਹਨਾਂ ਦੇ ਪਰਿਵਾਰਾਂ ਨੇ ਆਪ ਇੰਨੀ ਗੱਲ ਕਹੀ ਕਿ ਸਾਡੇ ਕੋਲ ਇੰਨੀ ਸਮਰੱਥਾ ਨਹੀਂ, ਤੁਸੀਂ ਵੱਡੇ ਵਕੀਲ ਕਰ ਸਕਦੇ, ਅਸੀਂ ਜਿੰਨੀ ਜੋਗੇ ਇਹਨੇ ਆਪਣੀ ਜੇਬ 'ਚ ਪੈਸੇ ਖਰਚ ਕਰਕੇ ਕਰਦੇ ਆ। ਉਸੇ ਸ਼੍ਰੋਮਣੀ ਕਮੇਟੀ ਦੇ ਵਕੀਲ ਕੋ ਨਹੀਂ ਕੀਤਾ। ਕੱਲ ਬਿਆਨ ਜ਼ਰੂਰ ਆ ਗਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਅਸੀਂ ਬਕਾਇਦਾ ਤੌਰ ਤੇ ਜਿਹੜਾ ਵਾ ਇਹ ਵਕੀਲ ਕਰਾਂਗੇ, ਅਸੀਂ ਵੱਡੇ ਵਕੀਲ ਕਰਾਂਗੇ। ਦਵਿੰਦਰਪਾਲ ਭੁੱਲਰ ਦੀ ਜਲਦੀ ਰਿਹਾਈ ਹੋ ਸਕਦੀ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ, ਇਹ 'ਚ ਕੋਈ ਦੋ ਰਵਾਂ ਨਹੀਂ। ਭਾਈ ਦਇਆ ਸਿੰਘ ਲਾਹੌਰੀਆ ਨੂੰ ਬਕਾਇਦਾ ਤੌਰ ਤੇ 4 ਕੇ 5 ਪੈਰੋਲਸ ਮਿਲੀਆਂ ਸੀ, ਜਿਹਨੇ ਇੱਕ ਜਿਹੜਾ ਰਾਜਸਥਾਨ ਦਾ ਇੱਕ ਲੀਡਰ ਸੀਗਾ, ਉਹਦਾ ਮੁੰਡਾ ਰਜਿੰਦਰ ਮਿਰਜ਼ਾ ਸੀ, ਉਹਨੂੰ ਗਵਾਹ ਕੀਤਾ ਸੀ। ਉਸ ਕੇਸ ਨੂੰ ਉਮਰ ਕੈਦ ਸਜ਼ਾ ਹੋਈ ਸੀਗੀ, ਉਹ ਆ ਗਿਆ ਤਾਂ ਕੋਈ 4-5 ਪੈਰੋਲ ਲਗਾਤਾਰ ਮਿਲਦੀ ਹੈ, ਫਿਰ ਇੱਕ ਗਰਾਊਂਡ ਬਣ ਜਾਂਦੀ ਹੈ ਕਿ ਇਹਦਾ ਕਰੈਕਟਰ ਠੀਕ ਆ, ਜਿਹਨੂੰ ਲਿਖਦੇ ਕਰੈਕਟਰ ਠੀਕ ਹੈ ਤੇ ਕੋਈ ਖਤਰਾ ਕੋਈ ਨਹੀਂ ਹੈ, ਤੇ ਰਿਹਾ ਕਰਦੇ ਉਹਨੂੰ। ਤੇ ਬਕਾਇਦਾ ਤੌਰ ਤੇ ਉਸ ਟਾਈਮ ਦੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਸੀ ਢੀਂਡਸਾ ਸਾਹਿਬ ਸੀਗੇ, ਉਦੋਂ ਰਾਜ ਸਭਾ ਦੇ ਮੈਂਬਰ, ਉਹਨਾਂ ਨੇ ਚਿੱਠੀ ਲਿਖੀ, ਮਨਜੀਤ ਸਿੰਘ ਜੀਕੇ ਨੇ ਉਹ ਚਿੱਠੀ ਲਿਖੀ ਸੀ ਇੱਕ ਵਸੁੰਧਰਾ ਰਾਜੇ ਨੂੰ, ਜਦੋਂ ਕਿ ਇਹਨਾਂ ਦਾ ਅਲਾਇੰਸ ਸੀ ਬੀਜੇਪੀ ਦੇ ਨਾਲ। ਉਦੋਂ ਭਾਈ ਦਇਆ ਸਿੰਘ ਜਿਹੜਾ ਲਾਹੌਰੀ ਸੀਗਾ ਨਹੀਂ ਕੀਤਾ ਗਿਆ, ਲੇਕਿਨ ਕਾਨੂੰਨ ਰਿਆਇਤ ਕੀਤਾ ਗਿਆ। ਉਹ ਕੀ ਸੰਕੇਤ ਦਿੰਦਾ ਤੁਸੀਂ ਸਾਰੇ ਆਪਸ ਵਿੱਚ ਜੀ। ਚਲੋ ਆਪਣੇ ਦਮਦਮੀ ਟਕਸਾਲ ਦੇ ਧੁਮਾ ਸਾਹਿਬ ਬੜੇ ਚੁੱਪ ਨੇ ਅੱਜ ਕੱਲ੍ਹ, ਕਿੱਥੇ ਨਹੀਂ ਉਹਨਾਂ ਨੂੰ ਨਹੀਂ ਦਿਖਾਈ ਦਿੱਤਾ ਆਹ ਵੀ ਇਹ ਸ਼ਰੇਆਮ ਹੀ ਜਿਹੜਾ ਵਾ ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਜਿਹੜੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਉਹਨਾਂ ਦਾ ਕੋਈ ਬਿਆਨ ਨਹੀਂ।
ਕਿ ਸਿਰਫ ਉਹ ਵੇਖਦੇ? ਤੁਸੀਂ ਭੋਲੀਆਂ ਗੱਲਾਂ ਕਰ ਦਿੰਦੇ। ਨਹੀਂ, ਮੈਂ ਭੋਲੀਆਂ ਨਹੀਂ, ਮੈਂ ਸਿਰਫ ਦੱਸਣਾ ਚਾਹੁੰਦਾ, ਯਾਦ ਕਰਾਉਣਾ ਚਾਹੁੰਦਾ ਕਿ ਦਮਦਮੀ ਟਕਸਾਲ ਦੇ ਮੁਖੀ ਵੀ ਹੈਗੇ ਨੇ, ਇੱਕ ਉਹ ਵੀ ਮੁਖੀ ਸੀ ਤੇ ਇੱਕ ਇਹ ਵੀ ਮੁਖੀ ਆ। ਦਮਦਮੀ ਟਕਸਾਲ ਦੇ ਮੁਖੀ ਤੇ ਜਿੱਥੇ ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਜਿਨ੍ਹਾਂ ਨੂੰ ਨਾ ਭੂਗੋਲ ਦੀ ਜਾਣਕਾਰੀ ਹੈ, ਨਾ ਖਗੋਲ ਦੀ ਜਾਣਕਾਰੀ, ਨਾ ਤਾਰਾ ਵਿਗਿਆਨ ਦੀ ਜਾਣਕਾਰੀ, ਨਾ ਇਤਿਹਾਸ ਦੀ ਜਾਣਕਾਰੀ ਹੈ। ਤੁਸੀਂ ਤੇ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੜਾ ਨਵਾਂ ਬਣਿਆ, ਧਾਮੀ ਬੜਾ ਐਡਵੋਕੇਟ, ਪੜ੍ਹਿਆ ਲਿਖਿਆ। ਮੈਂ ਇਹਦੀ ਗੱਲ ਨਹੀਂ ਕੀਤੀ, ਇਹਦੀ ਗੱਲ ਨਹੀਂ, ਪਿੱਛੇ ਲੱਗ ਕੇ ਥੋੜਾ ਜਿਹਾ ਪਿੱਛੇ ਲੱਗ ਜਾਣਾ। ਅੱਛਾ, ਉਹਨਾਂ ਦੀ ਜਦੋਂ ਬਕਾਇਦਾ ਤੌਰ ਤੇ 2010 ਦੇ ਵਿੱਚ ਜਿਹੜਾ ਸਾਡਾ ਕੈਲੰਡਰ ਚੇਂਜ ਕੀਤਾ ਗਿਆ, ਉਦੋਂ 2 ਬੰਦਿਆਂ ਦੀ ਕਮੇਟੀ ਬਣੀ ਸੀਗੀ। ਇੱਕ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਇੱਕ ਜਥੇਦਾਰ ਅਵਤਾਰ ਸਿੰਘ ਮੱਕੜ। ਕੀ ਇਹਨਾਂ ਨੂੰ ਜਾਣਕਾਰੀ ਹੈਗੀ ਸੀ ਇਹਦੀ? ਨਹੀਂ, ਜਾਣਕਾਰੀ ਨਹੀਂ ਸੀ। ਜੋ ਉਸ ਤੋਂ ਲਿਖਿਆ ਆ ਗਿਆ, ਉਹ ਜਿਹੜੇ ਕੈਲੰਡਰ ਤੇ ਘੱਟੋ ਘੱਟ 3 ਮੀਟਿੰਗਾਂ ਹੁੰਦੀਆਂ ਰਹੀਆਂ, ਵਿਦਵਾਨਾਂ ਦੀਆਂ ਹੁੰਦੀਆਂ ਰਹੀਆਂ। ਪਾਲ ਸਿੰਘ ਪੁਰੇਵਾਲ ਦੀ ਬਜ਼ੁਰਗ ਅਵਸਥਾ ਤੁਹਾਡੇ ਕੈਨੇਡਾ ਦੇ ਜਾਂਦੇ ਨੇ, ਨਾਲ ਛੇ ਸਾਗੇ ਨਹੀਂ ਬੜੀ ਇੰਟਰਵਿਊ ਕੀਤੀ ਉਹਨਾਂ ਨੇ। ਅਸੀਂ ਉਹਨਾਂ ਦੀ ਸਿੱਖ ਕੌਮੀ ਝੋਲੀ ਪਾਉਣਾ, ਪਾਉਣ ਵਾਸਤੇ ਕੁਝ ਕਰਕੇ ਜਾਣਾ ਕੀਤਾ ਉਹਨਾਂ ਨੇ। ਜਿਹੜੀ ਕੈਲੰਡਰ ਉਹਨਾਂ ਬਣਾਇਆ ਸੀ ਪਾਰਟੀ ਮੁਸਲਮਾਨ ਜੀ ਜੀ, ਇਸ ਕਰਕੇ ਉਹ ਕੈਲੰਡਰ ਨੂੰ ਚੇਂਜ ਕਰਨ ਵਾਸਤੇ ਕੀ 2 ਬੰਦੇ 26 ਸਨ ਜੀ, ਕਿਹਦੀ ਸ਼ਹਿਦ ਚੇਂਜ ਕੀਤਾ ਗਿਆ ਸੀ। ਹੁਣ ਸੰਗਤਾਂ ਆਪੇ ਸਮਝ ਜਾਣਗੇ ਵੀ ਕਿਹਦੀ ਸ਼ਹਿਦ ਚੇਂਜ ਕੀਤਾ ਗਿਆ ਤੇ ਕਿਉਂ ਚੇਂਜ ਕੀਤਾ ਗਿਆ, ਤੇ ਫਿਰ ਉਹਨਾਂ ਕੋਲ ਟੋਕੋ ਤੁਸੀਂ ਰੱਖਦੇ ਕਿ ਕਿਉਂ ਬੋਲੇ। ਦੋਸਤੋ, ਇੱਕ ਗੱਲ ਕਲੀਅਰ ਕਰ ਦਈਏ, ਤੁਸੀਂ CJMR 1320 ਮੀਟਰ ਬੈਂਡ ਤੇ ਰੰਗਲਾ ਪੰਜਾਬ ਰੇਡੀਓ ਸੁਣ ਰਹੇ ਹੋ। IPTV ਬਾਕਸ ਸਾਡੇ ਕੋਲ ਸਾਰੇ ਇਹ ਸਾਧਨ ਸੀਗੇ, ਮੈਂ ਅਨਾਉਂਸ ਕਈ ਵਾਰੀ ਕੀਤਾ ਸੀ, ਜਦੋਂ ਮੂਡ ਬਣਿਆ ਕੈਮਰਾ ਅੱਗੇ ਰੱਖ ਦੇਣਾ। ਬਾਕੀ ਰੇਡੀਓ ਬੇਸਿਕ ਜਿਹੜਾ ਸਾਡਾ ਉਹ ਕਮਾਈ ਦਾ ਸਾਧਨ ਹੈ। TV ਦੇ ਵਿੱਚ ਤੁਸੀਂ ਸਾਨੂੰ ਦੇਖ ਰਹੇ ਹੋ, ਸੁਣ ਰਹੇ ਹੋ, ਕੁਝ ਸਾਡੇ ਸਪਾਂਸਰ ਜਿਹੜੇ ਸਪੋਰਟ ਕਰਦੇ ਨੇ। ਔਰ ਇਹ IPTV ਬਾਕਸ ਦਾ ਤਾਂ ਟ੍ਰੈਂਡ ਇੱਦਾਂ, ਜਿੱਥੇ ਜਾਓ ਹਾਂ ਇਹਦਾ ਕਿਹੜਾ ਖਰਚਾ, ਕਿਉਂ ਨਹੀਂ ਖਰਚਾ ਬਈ, ਬਹੁਤ ਸਾਰੇ ਖਰਚੇ ਆ ਇਹਦੇ। ਖਰਚੇ ਸਾਲਾਨਾ ਖਰਚੇ ਟੋਟਲ ਮਿਲਾ ਕੇ ਬਹੁਤ ਖਰਚੇ ਪੈ ਜਾਂਦੇ ਆ। ਜੇ ਰੇਡੀਓ ਆ ਠੀਕ ਆ, ਅਸੀਂ $450 ਘੰਟੇ ਦਾ ਦੇ ਰਹੇ ਹਾਂ। ਮੈਂ ਇੱਕ ਗੱਲ ਕਹਿ ਦੇਵਾਂ ਕਿ ਇਹ ਕੋਈ ਧਾਰਮਿਕ ਪ੍ਰੋਗਰਾਮ ਨਹੀਂ ਹੈ, ਨਾ ਇਹਨੂੰ ਗੁਰਦੁਆਰਾ ਸਾਹਿਬ ਤੋਂ ਕਿਤੇ ਫੰਡਿੰਗ ਲਈ ਆ ਅਸੀਂ 97 ਤੋਂ, ਨਾ ਮੰਦਿਰ ਤੋਂ, ਨਾ ਮਸਜਿਦ ਤੋਂ, ਨਾ ਗੁਰਦੁਆਰਾ ਤੋਂ, ਨਾ ਖੇਡ ਕਲੱਬਾਂ ਤੋਂ। ਜਿੱਥੇ ਟਿਕਟ ਰੱਖੀ ਹੋਊ ਖੇਡ ਕਲੱਬਾਂ ਨੇ, ਹਾਂ ਇਨ ਬਿਗਿਨਿੰਗ ਕਿਤੇ ਕੋਈ ਲਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਬਾਕੀ ਪੱਲਿਓਂ ਵੀ ਦੇ ਕੇ ਤੋਰੇ। ਤੇ ਇਹ ਮਤ ਸੋਚਿਓ ਕਿ ਇਹਦੇ ਵਿੱਚ ਅਸੀਂ ਜੇ ਧਰਮ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕੋਈ ਧਾਰਮਿਕ ਅਦਾਰਾ ਫਾਈਨੈਂਸ਼ੀਅਲ ਸਪੋਰਟ ਕਰਦਾ ਹੈ, ਬਲਕਿ ਉਹਨਾਂ ਨੂੰ ਤਾਂ ਸ਼ਾਇਦ ਇਹ ਗੱਲਾਂ ਵੀ ਚੰਗੀਆਂ ਨਾ ਲੱਗਦੀਆਂ ਹੋਣ। ਤੇ ਨਾ ਉਹਨਾਂ ਕੋਲ ਪੈਸਾ ਲਿਆ, ਕੋਈ ਮਾਈ ਦਾ ਲਾਲ ਬਾਂਹ ਖੜੀ ਕਰ ਦੇਵੇ ਮੈਂ ਅਗਲੇ ਦਿਨ ਪ੍ਰੋਗਰਾਮ ਬੰਦ ਕਰ ਦੂੰ। ਤੇ ਜਿੰਨੇ ਉਹ ਸਾਬਤ ਕਰ ਦੇਣਗੇ ਲੈ ਮੈਂ ਉਦੋਂ ਕੋਲ ਮਲਟੀਪਲਾਈ 10 ਟਾਈਮ ਦੇਵਾਂਗਾ, 100 ਟਾਈਮ ਵੀ ਦੇ ਦੇਵਾਂਗਾ ਜੇ ਸਾਬਤ ਕਰ ਦੇ। ਇੱਕ ਵਾਰ 97 ਦੇ ਵਿੱਚ ਜਦੋਂ ਮੈਂ ਸ਼ੁਰੂ ਕੀਤਾ, 98 ਦੇ ਵਿੱਚ 1 ਘੰਟਾ ਪ੍ਰੋਗਰਾਮ ਇੱਕ ਗੁਰਦੁਆਰਾ ਸਾਹਿਬ ਨੇ ਲਿਆ ਸੀ, ਉਹਨਾਂ ਨੇ ਸਟੇਸ਼ਨ ਨੂੰ ਚੈੱਕ ਦਿੱਤਾ ਸੀ ਮੇਰੇ ਥਰੂ, ਦੈਟਸ ਇਟ। ਉਹ ਵੀ ਘੰਟਾ ਉਹਨਾਂ ਨੇ ਲਿਆ ਸੀ। ਉਦੋਂ ਕੋਈ ਸੋਸ਼ਲ ਨੈਟਵਰਕ ਮੀਡੀਆ ਨਹੀਂ ਸੀ ਤੇ ਰੇਡੀਓ ਹੀ ਸਾਧਨ ਹੁੰਦੇ ਸੀ ਪ੍ਰਚਾਰ ਕਰਨ ਦੇ, ਤੇ ਉਹਨਾਂ ਨੇ ਚੈੱਕ ਉਹਨਾਂ ਨੂੰ ਸਿੱਧਾ ਦਵਾਤਾ ਸੀ। ਮੈਂ ਸਿਰਫ ਜਾਮਨੀ ਇਹ ਪਈ ਸੀ ਵੀ ਵੱਧ ਘੱਟ ਬੋਲਿਆ ਜਾਊ, ਮੈਂ ਜ਼ਿੰਮੇਵਾਰ ਹਾਂ, ਬਸ ਦੈਟਸ ਇਟ। ਉਹ ਵੀ ਤੇ ਬਾਕੀ ਇੱਥੇ ਮੈਂ ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਉੱਤੇ ਸਵੇਰੇ ਚਲਾਇਆ ਸੀ 6 ਤੋਂ 6:30 ਜਪਜੀ ਸਾਹਿਬ ਦਾ ਪਾਠ। ਮੇਰੀ ਤਮੰਨਾ ਸੀ ਕਿ ਗੁਰਦੁਆਰਾ ਆਪਣੇ ਇੱਥੇ ਲੱਗੇ। ਉਹਨਾਂ ਸਮਿਆਂ ਦੇ ਵਿੱਚ ਮੈਂ 6 ਮਹੀਨੇ ਆਪਣੇ ਪੱਲਿਓਂ ਚਲਾਇਆ ਸੀ। $200 ਦਾ ਖਰਚਾ ਪੈਂਦਾ ਸੀ ਮੈਨੂੰ ਅੱਧੇ ਘੰਟੇ ਦਾ ਉਸ ਵੇਲੇ, 150 ਪਲੱਸ ਟੈਕਸ ਤੇ ਪਲੱਸ ਬਾਕੀ ਖਰਚੇ ਉਹ ਮੈਂ ਪੱਲਿਓਂ ਪਾਏ ਸੀ। ਕਿਸੇ ਨੇ ਸਪੋਰਟ ਨਹੀਂ ਸੀ ਦਿੱਤੀ, ਨਾ ਸਪੋਰਟ ਲਈ ਸੀ। ਤੇ ਇਹ ਮੈਂ ਇੱਕ ਕਲੀਅਰ ਇਹ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਜੇ ਇਹੋ ਜਿਹੀ ਕੋਈ ਗੱਲ ਆਉਂਦੀ ਤਾਂ ਮਤ ਸੋਚੋ ਕਿ ਸਾਨੂੰ ਕੋਈ ਧਾਰਮਿਕ ਅਦਾਰਾ ਕੋਈ ਫੰਡਿੰਗ ਕਰਦਾ ਹੋ, ਤੇ ਬਲਕਿ ਉਹ ਸੋਚਦੇ ਹੋਣਗੇ ਕਿ ਇਹਦੀ ਲੱਤਾਂ ਕਿਵੇਂ ਵੱਢਣੀਆਂ ਨੇ, ਵੀ ਇਹ ਸਾਡੇ ਤੇ ਵਾਰ ਕੀਤੇ ਜਾਂਦੇ ਨੇ। ਇੱਥੇ ਸਿੱਧੀ ਗੱਲ ਕਹੀ ਜਾਂਦੀ ਹੈ, ਸਪਸ਼ਟ। ਹਾਂਜੀ, ਉਹਨਾਂ ਦੇ ਬਹੁਤ ਸਾਰੇ ਮੁਖੀਆਂ ਦੇ ਬਿਜ਼ਨਸਮੈਨ ਨੇ, ਉਹਨਾਂ ਨੇ ਕਦੇ ਸਾਨੂੰ ਢੀਮ ਨਹੀਂ ਮਾਰੀ। ਪੰਥਕ ਜਥੇਬੰਦੀਆਂ ਨੇ ਕਦੇ ਢੀਮ ਨਹੀਂ ਮਾਰੀ, ਮੈਂ ਦਾਅਵੇ ਨਾਲ ਕਹਿ ਦਿੰਦਾ। ਹਾਂ, ਸਰਵਿਸ ਜ਼ਰੂਰ ਸਾਡੇ ਕੋਲ ਲੈ ਲੈਂਦੇ ਹੋਣਗੇ ਸਮੇਂ ਦਰ ਸਮੇਂ ਵੀ ਆਹ ਬੋਲ ਦਿਓ। ਕੁਝ ਇਹ ਸੋਚਦੇ ਹੋਣਗੇ ਨਹੀਂ, ਅਸੀਂ ਕਦੇ ਧਾਰਮਿਕ ਸੰਸਥਾ ਕੋ ਪੈਸੇ ਨਹੀਂ ਲਏ, ਕੋਈ ਧਾਰਮਿਕ ਰੇਡੀਓ ਨੇ, ਬੇਸਿਕ ਰੇਡੀਓ ਹੈ। ਸਾਨੂੰ ਸਿਰਫ ਇਹ ਆ ਕਿ ਇਹਨਾਂ ਚੀਜ਼ਾਂ ਦਾ ਥੋੜ੍ਹਾ ਜਿਹਾ ਇਲਮ ਹੈ, ਗਿਆਨ ਆ, ਤੇ ਅਸੀਂ ਮੱਥਾ ਖਪਾਈ ਕਰ ਲੈਂਦੇ ਹਾਂ। ਵੈਸੇ ਇਹਦਾ ਕੋਈ ਫਾਇਦਾ ਹੈ ਨਹੀਂ, ਆਪਾਂ ਲੈ ਲੈਂਦੇ। ਕਿਉਂ ਭੱਟੀ ਸਾਹਿਬ? ਬਿਲਕੁਲ ਜੀ, ਬਿਲਕੁਲ। ਹਾਂਜੀ, ਅਗਲੀ ਕਾਲ ਪਲੀਜ਼। ਹੈਲੋ। ਹਾਂਜੀ ਭੱਟੀ ਸਾਹਿਬ, ਸਤਿ ਸ੍ਰੀ ਅਕਾਲ। ਚਾਵਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਮਿਸਟਰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਹੁਣ ਇਹ ਡਿਸਕਸ ਕਰਦੇ ਸੀ ਜਿਹੜੀ ਕਾਂਸੀ ਤੋਂ ਕਿਤਾਬ ਦੇ ਹੁੰਦੇ ਨਾਲ ਪ੍ਰਸ਼ਾਦ ਦੇ, ਜੀ ਮੈਂ ਦੱਸਾਂ ਜੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਧਾਰਮਿਕ ਸੰਸਥਾ ਇਹਨਾਂ ਦੀ ਸਰਵਉੱਚਮ ਹੈ ਨਾ, ਇਹਨਾਂ ਨੂੰ ਇਤਿਹਾਸ ਬਾਰੇ ਕੁਝ ਪਤਾ ਹੀ ਨਹੀਂ। ਸਾਰੇ ਬੰਦੇ ਕੜਾਹ ਪ੍ਰਸ਼ਾਦ ਛਕਣ ਦੇ ਬੈਠੇ ਨੇ। ਇਹਨਾਂ ਦੇ ਸਕਾਲਰ ਇਹਨਾਂ ਨੇ ਜਿਹੜੇ ਹੈ ਨੇ, ਸਾਡੇ ਸਕਾਲਰ ਇਹਨਾਂ ਨੇ ਖਰੀਦ ਲਏ ਨੇ, ਜਾਂ ਸਕਾਲਰ ਜ਼ਿਆਦਾ ਉਹਨਾਂ ਨੂੰ ਕਿਸ ਤਰ੍ਹਾਂ ਵੀ ਹੋਇਆ ਕਿ ਉਹਨਾਂ ਨੇ ਤਾਂ ਆਪਣੀ ਕਰਨੀ ਹੈ ਤੇ ਉਹਨੂੰ ਜ਼ਿਆਦਾ ਇਸਤੇਮਾਲ ਕਰ ਲੈਂਦੇ। ਚਲੋ ਇਹਨੂੰ ਤਾਂ ਛੱਡੋ। ਨਹੀਂ ਵਿਰਕ ਸਾਹਿਬ, ਮੈਂ ਥੋੜਾ ਜਿਹਾ ਤੁਹਾਡੇ ਨਾਲ ਸਹਿਮਤ ਨਹੀਂ ਆ। ਇਹ ਜੱਟ ਹੋਇਆ ਮੀਸਣਾ ਖੁਦਾ ਨੂੰ ਲੈ ਕੇ ਚੋਰ, ਕਹਾਵਤ ਹੈ, ਜੱਟ ਆਪਣੇ ਤੇ ਨਾ ਲੈ ਲੈਣ। ਇਹ ਕਹਾਵਤ ਹੈ, ਇਹ ਮੀਸ ਨਹੀਂ ਹੋ ਗਏ ਨੇ, ਇਹ ਕਾਣੇ ਨੇ, ਇਹ ਕਾਣੇ ਨੇ, ਬੋਲ ਨਹੀਂ ਸਕਦੇ, ਇਹ ਗੁਲਾਮ ਨੇ, ਇਹ ਵਿਕੇ ਹੋਏ ਨੇ, ਬਿਰਤੀਆਂ ਗਹਿਣੇ ਰੱਖੀਆਂ ਨੇ। ਹੋਰ ਦੱਸੋ ਕਿਹੜਾ ਲਫ਼ਜ਼ ਵਰਤੀਏ ਇਹਨਾਂ ਵਾਸਤੇ। ਇਹ ਉਹ ਅਗਲੇ ਟੋ ਕੇ ਵੇਖਦੇ ਨੇ। ਇਹਨਾਂ ਦੇ ਇਸ ਮਾਸ ਸੁੱਤੇ ਹੋਏ ਨੇ, ਜ਼ਮੀਰਾਂ ਮਰੀਆਂ ਹੋਈਆਂ ਨੇ। ਪਤਾ ਇਹਨਾਂ ਨੂੰ, ਜੇ ਪੱਟੀ ਸਾਹਿਬ ਵਰਗਿਆਂ ਨੇ 5 ਨਾਂ ਦੇ ਦਿੱਤੇ ਨੇ ਨਾ, ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਭੇਜੇ ਸੀ, ਕਿਉਂ ਭੇਜੇ ਸੀ, ਉਹਦੇ ਪਿੱਛੇ ਕਾਰਨ ਕੀ ਸੀਗਾ, ਉਹਦੇ ਵਿੱਚ ਵੀ ਇਹਨਾਂ ਲਿਖਣ ਵਾਲਿਆਂ ਕੋਈ ਜਵਾਬ ਨਹੀਂ ਹੈਗਾ। ਇਹ ਸਿਰਫ ਮੀਸ ਨੇ ਹੋ ਗਏ, ਮੀਸ ਨੇ। ਦੈਟਸ ਇਟ। ਚਲੋ ਉਹ ਵੀ ਉਹਨਾਂ ਨੂੰ ਇਸ ਕਰਕੇ ਭੇਜਣੇ ਪਏ ਕਿਉਂਕਿ ਮੰਦਰਾਂ ਦੇ ਤੇ ਗੁਰਦੁਆਰਿਆਂ ਦੇ ਵਿੱਚ ਇਹ ਜਿਹੜੇ ਸ਼ਡਿਊਲ ਕਾਸਟ ਜਾਂਦੇ ਸੀ ਨਾ, ਇਹਨਾਂ ਨੂੰ ਕੰਨ ਤੇ ਮੂੰਹ ਬੰਦ ਕਰ ਦਿੰਦੇ ਸੀ ਜਿਹੜਾ ਸੁਣਦਾ ਸੀ। ਤੇ ਫਿਰ ਉਹਨਾਂ ਨੇ ਉਹ ਗਿਆਨ ਦੀ ਗੱਲ ਕਿ ਉਹਦੇ ਵਿੱਚ ਉਸ ਵਕਤ ਹੋਰ ਵੀ ਵਾਧਾ ਕਈ ਕਰਾਂਗੇ। 52 ਕਵੀ ਸੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਰਾਜ ਦੇ ਉਸ ਵਕਤ ਦਰਬਾਰ ਦੇ ਵਿੱਚ। ਉਹ ਲੰਬੀ ਚੌੜੀ ਗੱਲ ਹੋ ਜਾਣੀ। ਚਲੋ ਆਪਾਂ ਅੱਗੇ ਵਧਦੇ ਹਾਂ। ਚਲੋ ਤੁਹਾਡਾ ਟਾਈਮ ਬੜਾ ਫਿਕਸ ਜਾ ਹੁੰਦਾ, ਸੌਰੀ। ਮੈਂ ਸਿਰਫ ਇਹਦਾ ਕਹਿਣਾ ਸੀ ਵੀ ਹੁਣ ਸਾਡੇ ਮਹਾਂਪੁਰਖ ਵੀ ਕੁਝ ਗਏ ਨੇ ਜਿਹੜੇ ਸਿੱਖ ਧਰਮ ਦੀ ਸੇਵਾ ਕਰਦੇ ਨੇ। ਉਹਨਾਂ ਨੇ ਦੱਸਿਆ ਕੁਝ ਸਾਡੇ ਸਿੱਖਾਂ ਦੀਆਂ ਜਿਹੜੀਆਂ ਨੇ ਕਿ ਸਾਡੇ ਕੈਦੀ ਛੱਡੋ, ਸਾਡਾ ਆਹ ਕੰਮ ਕਰੋ, ਸਾਡਾ ਆਹ ਕੰਮ ਕਰੋ। ਤੇ ਇੱਕ ਉਹਨਾਂ ਚੰਡੀਗੜ੍ਹ ਵੀ ਮੰਗ ਲਿਆ। ਚੰਡੀਗੜ੍ਹ 26 ਤਰੀਕ ਨੂੰ 25 ਤਰੀਕ ਨੂੰ ਸਾਨੂੰ ਮਿਲ ਗਿਆ ਸੀ। 26 ਤਰੀਕ ਨੂੰ ਸਾਰੇ ਬੈਠੇ ਰਾਤ ਨੂੰ ਕੈਂਸਲ ਕਰ ਦਿੱਤਾ ਸੀ ਕਿ ਉਹ ਕਿਤੇ ਉਹੀ ਪੇਪਰ ਤਾਂ ਨਹੀਂ ਖਿਲਾਉਣ ਲੱਗੇ ਗਏ ਜੀ। ਤੁਸੀਂ ਕੱਲ ਨਹੀਂ ਸ਼ਾਇਦ ਸੁਣਿਆ ਇਹ ਪ੍ਰੋਗਰਾਮ। ਕੱਲ ਅਸੀਂ ਕਲੀਅਰ ਕਰ ਲਿਆ। ਥੈਂਕ ਯੂ। ਕੱਲ ਅਸੀਂ ਕਲੀਅਰ ਕਰ ਲਿਆ। ਅਗਲੀ ਕਾਲ ਲੈ ਲੈਣਾ ਜੀ। ਹੈਲੋ, ਸਤਿ ਸ੍ਰੀ ਅਕਾਲ ਚਾਵਲਾ ਜੀ, ਪੱਟੀ ਸਾਹਿਬ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ ਸਰ, ਗੱਲ ਏਦਾਂ ਆ, ਜਿਹੜੀ ਵੀ ਚਰਚਾ ਕਿਤਾਬ ਬਾਰੇ ਹੋ ਰਹੀ ਆ, ਜਾਂ ਤੁਸੀਂ ਜਿੰਨੇ ਵੀ ਸਵਾਲ ਉਠਾਏ ਆ ਉਹਨਾਂ ਬਾਰੇ, ਵੀ ਉਹਨਾਂ ਨੂੰ ਭੂਗੋਲ ਦਾ ਨਹੀਂ ਪਤਾ, ਉਹ ਤਾਂ ਜੱਗ ਜਾ ਰਿਹਾ ਸਰ, ਨਹੀਂ ਪਤਾ। ਮੇਰੀ ਸਰ ਤੁਹਾਨੂੰ ਬੇਨਤੀ ਇਹ ਆ ਵੀ ਜਦੋਂ ਵੀ ਇਸ ਤਰ੍ਹਾਂ ਦਾ, ਵੈਸੇ ਜਦੋਂ ਵੀ ਕੀ ਦੇਸ਼ ਦੂਏ ਦੀ ਇਸ ਤਰ੍ਹਾਂ ਦੇ ਜਿਹੜੇ ਅਟੈਕਸ ਆ ਇਹ ਹੁੰਦੇ ਹੀ ਰਹਿੰਦੇ ਆ, ਤੇ ਬੇਸ਼ੱਕ ਉਹਨਾਂ ਨੂੰ ਨਹੀਂ ਵੀ ਪਤਾ, ਉਹਦੇ ਬਾਵਜੂਦ ਵੀ, ਕਿਉਂਕਿ ਹੁਣ ਤੁਸੀਂ ਇਸ ਆਪਣੇ ਮੀਡੀਆ 'ਚ ਵਿਚਰਦੇ ਹੋ, ਤੇ ਤੁਸੀਂ ਸਗੋਂ ਜਾਣ ਬੁੱਝ ਕੇ ਉਹਨਾਂ ਨੂੰ ਔਨ ਦਾ ਰਿਕਾਰਡ ਇਹ ਸਵਾਲ ਕਰੋ, ਬਾਰ-ਬਾਰ ਪੁੱਛੋ, ਕਿ ਤਾਂ ਕਿ ਮਤਲਬ ਕਿ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨਹੀਂ ਵੀ ਜਵਾਬ ਦਿੱਤਾ, ਚਾਹੇ ਉਹ ਸ਼ਰਮਿੰਦੇ ਹੋਏ, ਲੇਕਿਨ ਫਿਰ ਵੀ ਬਾਰ-ਬਾਰ ਪੁੱਛੋ, ਤਾਂ ਕਿ ਉਹਨਾਂ ਦਾ, ਕਿਉਂਕਿ ਇੱਕ ਵਾਰੀ ਪੁੱਛ ਕੇ ਸਰ ਪਿੱਛਾ ਨਹੀਂ ਛੱਡਣਾ ਚਾਹੀਦਾ। ਕਿਉਂਕਿ ਹੁਣ ਤੁਸੀਂ ਤਾਂ ਮਤਲਬ ਕਿ ਆਪਣਾ ਕਹਿ ਲਓ ਕਿ ਮੋਢਲੀ ਕਤਾਰ ਦੇ ਵਿੱਚ ਆਉਂਦੇ ਹੋ ਮੀਡੀਆ ਦੇ ਵਿੱਚ ਪੰਜਾਬ ਦੇ ਵਿੱਚ, ਤੇ ਤੁਹਾਨੂੰ ਤਾਂ ਉਹਨਾਂ ਨੂੰ ਨੰਗੇ ਕਰਕੇ ਸਰ ਰੱਖ ਦੇਣਾ ਚਾਹੀਦਾ। ਜਿੱਦਾਂ ਹੁਣ ਇੱਥੇ ਪਿਛਲੇ, ਸਰ ਮੈਨੂੰ 1 ਮਿੰਟ ਦਿਓ ਹੋਰ ਚਾਵਲਾ ਜੀ, ਤੇ ਮੈਂ ਸਰ ਇੱਕ ਦੋ ਗੱਲ ਹੋਰ ਕਰਨੀ ਚਾਹੁੰਦਾ ਵੀ ਆਪਣੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਇਹ ਆਪਣੇ ਕੁਛ ਗਰੁੱਪ ਨੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜੀ, ਇਹ ਧਾਰਮਿਕ ਨਹੀਂ, ਇਹ ਧਰਮ ਤੋਂ ਜਲਦੇ ਆ, ਇਹ ਜਕਾਰਿਆਂ ਤੋਂ ਜਲਦੇ ਆ, ਮਤਲਬ ਕਿ ਇਸਦਾ ਧਾਰਮਿਕ ਮੁੱਦਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਸਵਾਲ ਕਰੋ ਇਹ ਵੀ ਹੁਣ ਤੁਹਾਡੀ ਜ਼ਿੰਮੇਵਾਰੀ ਆ। ਕਿਸਾਨ ਲੀਡਰਸ਼ਿਪ ਤਾਂ ਸਾਰੇ ਧਰਮਾਂ ਦੇ ਇਕੱਠੇ ਕਾਨੂੰਨਾਂ ਦੇ ਖਿਲਾਫ ਲੜਨ ਗਏ ਸੀ, ਉਹ ਲੜ ਕੇ ਆ ਗਏ। ਤੁਸੀਂ ਹੋਏ ਧਾਰਮਿਕ ਬੰਦੇ, ਹੁਣ ਧਾਰਮਿਕ ਤੇ ਹੁਣ ਸਾਡਾ ਧਰਮ ਤੇ ਜਿਹੜਾ ਅਟੈਕ ਹੁੰਦਾ, ਹੁਣ ਤੁਸੀਂ ਕਿਉਂ ਚੁੱਪ ਬੈਠੇ? ਹੁਣ ਤੁਸੀਂ ਕਿਉਂ ਨਹੀਂ ਉਸ ਦੇ ਖਿਲਾਫ ਬਰਾਬਰੀ ਕਾਰਵਾਈ ਕਰਦੇ? ਜੀ ਮਿਹਰਬਾਨੀ। ਉਹਨਾਂ ਨੂੰ ਆਉਂਦੀ ਰਿਕਾਰਡ ਕਰੋ। ਮਿਹਰਬਾਨੀ। ਹਾਂਜੀ ਚਾਵਲਾ ਸਾਹਿਬ, ਆਪਾਂ ਤੇ ਸਮੇਂ ਤੇ ਬੋਲਦੇ ਰਹਿੰਦੇ ਆ, ਠੀਕ ਹੈ ਜੀ, ਨਹੀਂ ਬੋਲੇ। ਕੋਈ ਇਸ਼ੂ ਦੱਸਦੇ ਕਿ ਜਿਹੜਾ ਸਾਡੇ ਸਾਹਮਣੇ ਆ ਰਿਹਾ ਉਹਦੇ ਤਾਂ ਬੋਲੇ ਜੀ। ਅਸੀਂ ਤਾਂ ਤੁਹਾਨੂੰ ਜਿਹੜਾ 1992 ਦਾ ਇਤਿਹਾਸ ਕੋਲ ਕੇ ਦੱਸ ਦਿੰਦੇ ਵੀ ਭਾਈ ਉੱਥੇ ਇਹ ਵੀ ਕੁਝ ਹੈ, ਇੱਥੇ ਇਹ ਵੀ ਕੁਝ ਹੈ, ਉਹਦੇ ਨਹੀਂ ਬੋਲੇ, ਇਹ ਵੀ ਕੁਝ ਹੈ, ਉੱਥੇ ਨਹੀਂ ਬੋਲੇ। ਇਹਦੇ ਬਾਅਦ ਆਪਾਂ ਕੀ ਕਰਦੇ? ਕਾਮਾ ਰੌਲੀ ਜ਼ਿਆਦੀ ਪੈ ਗਈ ਆ ਪੱਟੀ ਸਾਹਿਬ, ਕੋਈ ਫਾਇਦਾ ਨਹੀਂ ਆ ਮਗਜ ਖਪਾਈ ਕਰਨ ਦਾ। ਕਾਮਾ ਰੌਲੀ ਜ਼ਿਆਦਾ ਹੀ ਪੈ ਗਈ ਆ। ਕਾਮਾ ਰੌਲੀ ਦੇ ਵਿੱਚ ਹੁਣ ਜਿੱਦਾਂ ਵੇਖੋ, ਅਸੀਂ 15 ਮਿੰਟ ਕੱਲ ਲਾਏ ਇਸ ਵਿਸ਼ੇ ਦੇ ਉੱਤੇ, ਜਿਹੜੀ ਆ ਇਸ ਵਿਸ਼ੇ ਦੇ ਉੱਤੇ ਆਪਾਂ ਕਿੰਨਾ ਚਿਰ ਲਾਤਾ। ਕੱਲ ਨੂੰ ਪਤਾ ਕੀ ਹੋਣਾ, ਇੱਕ ਵੀਰ ਨੇ ਆ ਕੇ ਫੇਰ ਇਸੇ ਤੇ ਹੀ ਸਵਾਲ ਕਰਨਾ, ਉਹ ਯਾਰ ਤੁਸੀਂ ਇੱਥੇ ਗੱਲ ਹੀ ਨਹੀਂ ਕੀਤੀ, ਸਾਰਾ ਮੀਡੀਆ ਇੱਕੋ ਰੱਸੇ ਬੰਨ ਕੇ ਰੱਖ ਦੇਣਾ ਵਾ, ਤੁਸੀਂ ਗੱਲ ਹੀ ਨਹੀਂ ਕੀਤੀ। ਆਪਾਂ ਅੱਧਾ ਘੰਟਾ ਇੱਥੇ ਲੰਘ ਗਿਆ ਸਾਡਾ। ਚਲੋ ਆਪਾਂ ਲਾਸਟ ਕਾਲ ਲੈ ਕੇ 2 ਸਵਾਲ ਨੇ ਆਪਾਂ ਕਰ ਲਈਏ। ਹੈਲੋ,
ਪੱਟੀ ਸਾਹਿਬ, ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ। ਚਾਵਲਾ ਸਾਹਿਬ ਇੱਕੋ ਲਾਈਨ 'ਚ ਸਭ ਕੁਛ ਆਇਆ, ਮਾਇਆ ਧਾਰੀ ਅਤ ਅੰਨਾ ਬੋਲਾ। ਅਗਲੀ ਲਾਈਨ ਤੁਸੀਂ ਆਪ ਬੋਲਦੇ ਹੋ ਜੀ। ਚਲੋ ਸਾਰਾ ਕੁਝ ਤੁਸੀਂ ਕਹਿਤਾ, ਸਮੁੰਦਰ ਕੁਝੇ 'ਚ ਬੰਦ ਕਰ ਦਿੱਤਾ, ਮਾਇਆ ਧਾਰੀ ਅੰਨਾ ਬੋਲਾ। ਕਿਆ ਬਾਤ। ਪੱਟੀ ਸਾਹਿਬ ਲਾਈਨਾਂ ਵੀ ਫਲੈਸ਼ ਹੋਣੀਆਂ ਸੀਗੀਆਂ, ਹੁੰਦੀਆਂ ਪਈਆਂ ਸੀ, ਹੁਣ ਤੇ ਚਲੋ ਸਮਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਘੱਟ ਆ। ਸੋ ਜੇ ਆਪਾਂ ਗੱਲ ਕਰੀਏ ਕੇਜਰੀਵਾਲ ਦੇ ਬਿਆਨ, ਮੁੱਖ ਮੰਤਰੀ ਨੂੰ ਚਿਹਰੇ ਨੂੰ ਲੈ ਕੇ ਰਾਜੇਵਾਲ ਦੇ ਨਾਂ ਤੇ ਮੁਰ ਚਰਚਾ ਜਿਹੜੀ ਹੈ ਉਹ ਛਿੜ ਪਈ ਹੈ। ਕਿੱਧਰ ਜਾਣਗੇ, ਕਿਹੜੀ ਪਾਰਟੀ ਫੜ ਰਹੇ ਨੇ ਪੱਲਾ, ਹੈ ਕਿ ਜਾਂ ਨਹੀਂ, ਬਸ ਕਿਆਸ ਰਹੀਆਂ ਹੀ ਨੇ। ਉਹਨਾਂ ਦੇ ਵਿੱਚ ਜੇ ਅਸੀਂ ਕਹਿੰਦੇ ਕਿ ਏਕਤਾ ਨਾਲ ਇਹਨਾਂ ਆਪਣਾ ਪਹਿਲਾ ਮੋਰਚਾ ਫਤਿਹ ਕਰ ਲਿਆ ਤਾਂ ਦੂਸਰੇ ਮੋਰਚਾ ਫਤਿਹ ਕਰਨ ਦੀ ਕੋਈ ਉਮੀਦ ਨਹੀਂ ਰਹੀ। ਡੱਲੇਵਾਲ ਦੇ ਉੱਤੇ ਬਕਾਇਦਾ ਤੌਰ ਤੇ ਰਾਜੇਵਾਲ ਸਾਹਿਬ ਨੇ ਇਹ ਦੋਸ਼ ਲਾਤਾ ਵੀ ਇਹ ਆਰਐਸਐਸ ਦਾ ਬੰਦਾ ਜੀ, ਕਿਉਂਕਿ ਰਾਸ਼ਟਰੀ ਕਿਸਾਨ ਮਹਾਸੰਘ ਦਾ ਇਹ ਵਾਈਸ ਪ੍ਰਧਾਨ। ਉਹਨੇ ਅੱਗੋਂ ਜਵਾਬ ਦਿੱਤਾ ਕੀ ਆ ਵੀ ਇਹ ਜਿੱਥੇ ਬੰਦੀ ਜਿਹੜੀ ਆਰਐਸਐਸ ਬਿਲੋਂਗ ਕਰਦੀ ਆ, ਬੀਜੇਪੀ ਨੂੰ ਬਿਲੋਂਗ ਕਰਦੀ, ਉਹਦੇ ਫਾਊਂਡਰ ਤੇ ਸਾਡੇ ਰਾਜੇਵਾਲ ਸਾਹਿਬ ਨੇ। ਮੈਂ ਤੇ ਬਾਅਦ ਵਿੱਚ ਆਇਆ ਤੇ ਫਿਰ ਉੱਥੇ ਕੋਈ ਪ੍ਰਧਾਨ ਨਹੀਂ ਹੁੰਦਾ, ਕੋਈ ਵੰਸ਼ ਪ੍ਰਧਾਨ ਜਾਂ ਸਾਰੇ ਵਰਕਰ ਹੀ ਹੁੰਦੇ ਜੀ, ਕੋਈ ਦੋ ਰਵਾਂ ਨਹੀਂ ਹੈਗੀ। ਪਹਿਲਾਂ ਰਾਜੇਵਾਲ ਸਾਹਿਬ ਤੁਸੀਂ ਆਪਣਾ ਜਵਾਬ ਦੇ ਦਿਓ ਵੀ ਤੁਸੀਂ ਫਾਊਂਡਰ ਨਹੀਂ ਸੀਗੇ। ਜਦੋਂ ਇੱਥੋਂ ਤੱਕ ਗੱਲਾਂ ਚਲੇ ਜਾਣ ਤੇ ਫਿਰ ਮੁੜ ਕੇ ਦੁਬਾਰਾ ਇੱਕ ਹੋਣੀ ਬੜੀ ਮੁਸ਼ਕਲ ਹੁੰਦੀ। ਅੱਜ ਬਕਾਇਦਾ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਉੱਤੇ ਜਿਹੜੇ ਪੂਰੇ ਦੇਸ਼ ਵਿੱਚ ਜਥੇਬੰਦੀਆਂ ਹੈਗੇ ਸੀ ਮੱਥਾ ਟੇਕਣ ਆ ਰਹੇ ਨੇ। ਕਿਸਾਨ ਜਥੇਬੰਦੀ ਨੇ ਸ਼ਮੂਲੀਅਤ ਕੀਤੀ ਸੀਗੀ, ਉਹਨਾਂ ਨੂੰ ਸਨਮਾਨ ਵੀ ਕਰ ਰਹੇ। ਉਹਦੇ ਵਿੱਚ ਦੋ ਬੰਦੇ ਨੇ, ਬਲਦੇਵ ਸਿੰਘ ਖੜਸਾ ਤੇ ਜਗਜੀਤ ਸਿੰਘ ਡੱਲੇਵਾਲ, ਜਿਹੜੇ ਅੱਗੇ ਲਾ ਕੇ ਉਹਨਾਂ ਸਨਮਾਨ ਵੀ ਕਰ ਰਹੇ ਤੇ ਉਹਨਾਂ ਨੂੰ ਇੱਥੇ ਪ੍ਰਸ਼ਾਦਾ ਪਾਣੀ ਛਕਾਉਣੇ ਤੇ ਉਹ ਆਂਦੇ ਕਿ 1000 ਦੇ ਕਰੀਬ ਬੰਦਾ ਆਊਗਾ। ਜੀ ਜੀ। ਡੀਜੀਪੀ ਸਾਹਿਬ ਵੀ ਇੱਕ ਬੰਦਾ ਹੀ ਬੜੀ ਬਹਾਦਰੀ ਦੀ ਗੱਲ ਆ। ਜੀ ਜੀ। ਲੇਕਿਨ ਗੱਲ ਸਿਰਫ ਇਹ ਵੀ ਜਦੋਂ ਉਹਦੇ ਵਿੱਚ ਬਾਕੀ ਜਿੱਥੇ ਬੰਦੇ ਸ਼ਮੂਲੀਅਤ ਨਹੀਂ ਕਰੀ ਫਿਰ ਕਿੱਥੇ ਖੜੇ ਹੋ ਜੀ। ਦੂਸਰੀ ਚੀਜ਼ ਜੀ ਜੀ ਹਾਂਜੀ, ਕੇਜਰੀਵਾਲ ਸਾਹਿਬ ਨੇ ਕਹਿਤਾ ਇੰਨੀ ਗੱਲ ਕਿ ਅਸੀਂ ਪਛਾਣ ਕਰ ਲਈ ਹੈ ਤੇ 20 ਦਿਨ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਨਾਮ ਐਲਾਨ ਕਰ ਦਿਆਂਗੇ ਕਿ ਸਾਨੂੰ ਬਕਾਇਦਾ ਤੌਰ ਤੇ ਉਹ ਬੰਦਾ ਸਾਨੂੰ ਪਸੰਦ ਹੋਏਗਾ। ਠੀਕ 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 ਠੀਕ। ਤੇ ਫਿਰ ਜਿਹੜੀ ਚਰਚਾ ਰਾਜੇਵਾਲ ਸਿੰਘ ਚੜਿੱਤੀ ਹੈ ਤੁਸੀਂ ਉਗਰਾਹ ਸਾਹਿਬ ਨੇ ਕਹਿਤਾ, ਉਗਰਾਹ ਸਾਹਿਬ ਨੇ ਕਹਿਤਾ ਕਿ ਕਿਸਾਨ ਮੋਰਚਾ ਖਤਮ ਹੋ ਗਿਆ, ਇਹ ਨਿਸ਼ਾਨੀਆਂ ਪ੍ਰਸ਼ਾਸਨ ਦੀ। ਜਿਹੜੇ ਲੋਕ ਕੱਲ ਤੱਕ ਕਹਿੰਦੇ ਸੀ ਵੀ ਨਹੀਂ ਮੁਲਤਵੀ ਕੀਤਾ ਗਿਆ, ਤਾਂ ਅੱਜ ਮੈਂ ਕਹਿਤਾ ਜੀ ਕਿਸਾਨ ਮੋਰਚਾ ਖਤਮ ਹੋ ਗਿਆ। ਹੁਣ ਜਿਹਨੇ ਕੋਈ ਇਲੈਕਸ਼ਨ ਲਾਣੀ ਬੇਸ਼ੱਕ ਲਾਣੀ, ਪਰ ਸਾਡੀ ਕਿਸੇ ਦੀ ਇਲੈਕਸ਼ਨ ਨਹੀਂ ਲੜੂਗੀ। ਜੀ ਜੀ ਪੱਟੀ ਸਾਹਿਬ ਪਲੀਜ਼। ਸਵੇਰੇ ਕਰਕੇ ਮੇਰਾ ਮਤਲਬ ਜੀ ਜੀ ਹਾਂਜੀ ਪਲੀਜ਼ ਵਾਈਡ ਅਪ ਕਰ ਲਈ। ਜੀ ਮੇਰਾ ਮਤਲਬ ਇਹ ਆ ਕਿ ਕਿਸਾਨ ਜਿੱਥੇ ਬੰਦੀਆਂ ਦੀ ਲੱਗ ਪਈ ਇਹਨਾਂ ਆਪਣੇ ਅਗਲੇ ਮੋਰਚੇ ਦਾ ਭੋਗ ਪਾਇਆ। ਮੈਂ ਕੱਲ ਡੱਲੇਵਾਲ ਨੂੰ ਮਿਲਿਆ ਸੀ, ਪੁੱਛਿਆ ਸੀ ਕਿ ਜਿਹੜੇ ਹਾਲਾਤ ਬਣੇ ਤੁਹਾਡੀਆਂ ਜਥੇਬੰਦੀਆਂ ਦੀ ਵੱਖ-ਵੱਖ, ਤੁਸੀਂ ਕੋਈ ਕਿੱਧਰ ਨੂੰ ਖਿੱਚੀ ਫਿਰਦਾ, ਕੋਈ ਕਿੱਧਰ ਨੂੰ ਖਿੱਚੀ ਫਿਰਦਾ, ਕੋਈ ਕੁਛ ਕਹੀਦਾ, ਕੋਈ ਕੁਛ ਕਹੀਦਾ, ਕੋਈ ਕੰਟਰੋਲ ਤੁਹਾਡਾ ਹੈਗਾ? ਮੈਨੂੰ ਇਹ ਦੱਸਦੇ ਵੀ 15 ਤਰੀਕ ਨੂੰ ਬਕਾਇਦਾ ਤੌਰ ਤੇ ਤੁਹਾਡੀ ਮੀਟਿੰਗ ਹੋਊਗੀ ਨਹੀਂ? 15 ਜਨਵਰੀ ਦੀ ਸਾਰੇ ਕਹਿੰਦੇ ਉਹ ਹੋਏਗੀ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਵੇਲੇ ਆ ਕਿ ਕਿੰਨੇ ਬੰਦੇ ਸ਼ਾਮਲ ਹੁੰਦੇ। ਬਕਾਇਦਾ ਤੌਰ ਤੇ ਡੱਲੇਵਾਲ ਨੇ ਕੱਲ ਫਿਰ ਨਹੀਂ ਗੱਲ ਕਹੀ ਹੈ ਕਿ ਜਿਹੜਾ ਬੰਦਾ ਵੀ ਸਾਡਾ ਲੀਡਰ ਚੋਣ ਲੜੇਗਾ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ। ਉਹਦੇ ਜੇ ਰਾਜੇਵਾਲ ਸਾਹਿਬ ਚਲੇ ਜਾਂਦੇ ਤੇ ਫਿਰ ਤਾਂ ਮਤਲਬ ਉਹ ਨਿਕਲ ਗਏ ਬਾਹਰ। ਜੀ 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 ਉਹਨਾਂ ਨੂੰ ਹੋਰ ਵੀ ਨਿਕਲ ਜਾਂਦੇ ਆ। ਫਿਰ ਕਿੱਥੇ ਰਹਿ ਗਈ ਤੁਹਾਡੀ ਏਕਤਾ? ਗੁਰਾਹ ਸਾਹਿਬ ਨੇ ਠੀਕ ਕਿਹਾ ਵਾ ਕਿ ਮੋਰਚਾ ਖਤਮ ਹੋ ਗਿਆ, ਹੁਣ ਜੋ ਮਰਜ਼ੀ ਕਿਤੇ ਕੋਈ ਫਰਕ ਨਹੀਂ। ਜੀ ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ, ਥੈਂਕ ਯੂ ਵੈਰੀ ਮਚ। ਔਰ ਅੰਜੂ ਜੀ ਨੇ ਇੱਕ ਮੈਸੇਜ ਭੇਜਿਆ, ਇੱਕ ਤਾਂ ਤੁਹਾਡੇ ਡੀਜੀਪੀ ਚੇਂਜ ਹੋ ਗਏ ਨੇ ਪੰਜਾਬ ਤੇ ਨਵੇਂ, ਔਰ ਪਤਾਇਆ ਸਾਹਿਬ ਜਿਹੜੇ ਨਵਾਂ ਨਾਮ, ਮੈਨੂੰ ਹੋਰ ਹੀ ਤਰ੍ਹਾਂ ਦਾ ਨਾਮ ਹੀ ਸਾਡੇ ਜ਼ਬਾਨ ਤੇ ਚੜ੍ਹਨਾ ਔਖਾ ਆ। ਜਿਹੜਾ ਨੈਸ਼ਨਲ ਐਂਥਮ ਸਾਡਾ ਰਾਸ਼ਟਰੀ ਗੀਤ ਜਿਹੜਾ ਜਨ ਗਣ ਮਨ, ਉਸ ਨੂੰ ਬੈਸਟ ਜਿਹੜਾ ਹੈ ਵਰਲਡ ਦਾ ਜਿਹੜਾ ਹੈ ਯੂਨੈਸਕੋ ਨੇ ਜਸਟ ਫਿਊ ਮਿੰਟ ਲਿਖਿਆ ਉਹਨਾਂ ਨੇ ਕਿ ਭੇਜਿਆ ਕਿ ਜਿਹੜਾ ਹੈ ਡਿਕਲੇਅਰ ਕੀਤਾ ਗਿਆ ਹੈ ਵਰਲਡ ਦਾ। ਕੰਗ੍ਰੈਚੁਲੇਸ਼ਨ ਟੂ ਆਲ ਅਸ, our national anthem Jan Gan Man is declared as the best anthem of the world by UNESCO. So congratulations ਜੀ। ਜੇ ਇਹਦੇ ਵਿੱਚ ਬਿਲਕੁਲ ਸੱਚੀ ਖਬਰ ਹੈ ਤਾਂ ਹਾਂਜੀ ਭੱਟੀ ਸਾਹਿਬ। ਬਿਲਕੁਲ ਜੀ, ਇਹ ਵਿਆਖ ਦੇ ਵਿੱਚੋਂ ਗਿਆ ਸੀ ਜਿਹੜੀ ਇੱਕ ਬੁੱਕ ਲਿਖੀ ਸੀ ਰਵਿੰਦਰ ਨਾਥ ਟੈਗੋਰ ਨੇ ਅੰਗਰੇਜ਼ਾਂ ਦੀ, ਸਿਰਫ ਦੇ ਵਿੱਚ ਲਿਆ ਗਿਆ ਸੀ ਜੀ। ਸਿਫਤਾਂ ਕਿਹਦੀਆਂ ਕੀਤੀਆਂ ਸੀ। ਬਿਲਕੁਲ
ਚਲੋ ਕਿਹਦੀ ਸਿਫਤ ਲਈ ਗਾਇਆ ਗਿਆ, ਕਿਦੋਂ ਗਾਇਆ ਗਿਆ, ਕਿਹੜੇ ਵੇਲੇ ਗਾਇਆ ਗਿਆ ਵੀ ਇੱਕ ਹਿਸਟਰੀ ਹੈ। ਬਹੁਤ ਬਹੁਤ ਥੈਂਕ ਯੂ। ਪਰ ਇਹਦੇ ਵਿੱਚ ਵੀ ਅਗਲੇ ਕੱਟ ਵੱਟ ਕਰਨ ਨੂੰ ਫਿਰਦੇ ਨੇ ਜੀ, ਜੋ ਮਰਜ਼ੀ ਕਰਦੇ ਜੀ, ਰਾਜ ਉਹਨਾਂ ਦਾ 303 ਬੰਦੇ ਲੋਕ ਲੈ ਗਏ ਆਪਣੇ, ਜੋ ਮਰਜ਼ੀ ਕਰਦੇ ਨੇ। ਹੁਣ ਇਹਦੇ ਵਿੱਚ ਕਿਸਾਨਾਂ ਨੇ ਲੱਖ ਪਹਿਲੇ ਪੁੱਛਦਾ ਕੌਣ ਸੀ ਉਹਨਾਂ ਨੂੰ? ਪਰ ਫਿਰ ਜੇ ਇਹ ਯੂਨੈਸਕੋ ਨੇ ਇਸ ਨੂੰ ਵਰਲਡ ਨੈਸ਼ਨਲ ਐਂਥਮ ਮਾਨ ਦਿੱਤਾ, ਜੇ ਉਹਦੀ ਕੱਟ ਵੱਟ ਹੁੰਦੀ ਤੇ ਫਿਰ ਇਹਦੀ ਰੂਪਰੇਖਾ ਹੀ ਖਰਾਬ ਹੋ ਗਈ, ਫਿਰ ਤੇ ਇਹਦਾ ਸਾਰਾ ਕੁਝ ਹੀ ਸਵਰੂਪ ਹੀ ਖਰਾਬ ਹੋ ਗਿਆ। ਹਾਂਜੀ ਚਾਵਲਾ ਸਾਹਿਬ, ਸਾਡੀ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਬਹੁਤ ਸਾਰੇ ਵੱਡੇ ਹਿੱਸੇ ਨੂੰ ਯੂਨੈਸਕੋ ਮਾਨਤਾ ਦੇ ਚੁੱਕੀ ਹੈ, ਜੀਵਨ ਨੂੰ ਮਾਨਤਾ ਦੇ ਚੁੱਕੀ ਹੈ, ਤੇ ਇਹ ਵਧੀਆ ਗੱਲ, ਇਹ ਵਧੀਆ ਕਿੰਨੀਆਂ ਦੇ ਚੁੱਕੀ ਹੈ, ਲੇਕਿਨ ਅਸੀਂ ਨਹੀਂ ਸਮਝਿਆ ਨੂੰ ਇੱਕ। ਬਿਲਕੁਲ ਬਿਲਕੁਲ ਸਹੀ ਗੱਲ। ਥੈਂਕ ਯੂ ਥੈਂਕ ਯੂ। ਕੱਲ ਮਿਲਦੇ ਨਹੀਂ, ਗੱਲਬਾਤ ਕਰ ਲਈ। ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।